ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 27 ਤਰੀਕ ਆ ਤੇ ਦਿਨ ਜਿਹੜਾ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨਾਂ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੁਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਕੂੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਜੇਕਰ ਤੁਸੀਂ ਕਰਜ਼ੇ ਤੋਂ ਪਰੇਸ਼ਾਨ ਹੋ ਤੇ ਬੈਂਕ ਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 1-888-888-9914 ਦੇ ਉੱਤੇ। ਹਰਨੇਕ ਸਿੰਘ ਪਾਬਲਾ, ਵਾਸ਼ਿੰਗਟਨ ਰੈਂਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅਮਰੀਕਾ ਨੇ 3 ਆਪਣੇ ਜਿਹੜੇ ਅਮਰੀਕਨ ਕੈਦੀ ਸੀਗੇ ਉਹ ਚਾਈਨਾ ਤੋਂ ਛੁਡਵਾਏ ਆ ਤੇ ਉਹਨਾਂ ਦੇ ਬਦਲੇ ਜਿਹੜੇ ਆ ਉਹਨਾਂ ਦੇ ਜਿਹੜੇ ਕੈਦੀ ਆ ਉਹ ਦਿੱਤੇ ਹੈਗੇ ਆ। ਕਾਈ ਲੀ, ਮਾਰਕ ਸਵੀਡਨ ਤੇ ਜੌਨ ਲਿਓਂਗ ਇਹ ਕਾਫੀ ਲੰਮੇ ਸਮੇਂ ਤੋਂ ਡਿਟੈਂਸ਼ਨ ਦੇ ਵਿੱਚ ਸੀਗੇ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਕੋਲ। ਤੇ US ਦੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਸਪੋਕਸਪਰਸਨ ਨੇ ਦੱਸਿਆ ਆ ਵੀ ਬਹੁਤ ਜਲਦੀ ਉਹ ਆਪਣੇ ਪਰਿਵਾਰਾਂ ਦੇ ਨਾਲ ਜੁੜਨ ਜਾ ਰਹੇ ਆ ਤੇ ਇਹ ਕਾਫੀ ਲੰਮੇ ਸਮੇਂ ਬਾਅਦ ਵਾਪਰਿਆ ਹੈਗਾ। ਸੋ ਮੁਲਕਾਂ ਦੇ ਵਿੱਚ ਜਿਹੜੇ ਕੈਦੀ ਹੁੰਦੇ ਆ ਉਹ ਐਕਸਚੇਂਜ ਹੁੰਦੇ ਰਹਿੰਦੇ ਆ। ਅਮਰੀਕਨਸ ਨੇ ਜੋ ਰਿਲੀਜ਼ ਕੀਤੇ ਆ ਉਹਨਾਂ ਦੇ ਨਾਂ ਹਜੇ ਤੱਕ ਆਇਡੈਂਟੀਫਾਈ ਨਹੀਂ ਕੀਤੇ ਹੈਗੇ। ਤੇ ਬੁੱਧਵਾਰ ਨੂੰ US ਨੇ ਜਿਹੜੀ ਟਰੈਵਲ ਐਡਵਾਈਜ਼ਰੀ ਆ ਖਾਸ ਕਰਕੇ ਮੇਨਲੈਂਡ ਚਾਈਨਾ ਨੂੰ ਉਹ ਵੀ ਜਿਹੜੀ ਆ ਡਾਊਨ ਕੀਤੀ ਹੈਗੀ ਆ, ਲੈਵਲ 2 ਤੇ ਉਹ ਕੀਤੀ ਹੈਗੀ ਆ। ਤੇ ਐਡਮਿਨਿਸਟ੍ਰੇਸ਼ਨ ਦਾ ਇਸ ਜੋ ਡਿਪਲੋਮੇਸੀ ਕਰਨ ਦੇ ਲਈ ਆਪਣੇ ਘਰਾਂ ਦੇ ਵਿੱਚ 3 ਅਮਰੀਕਨ ਸਿਟੀਜ਼ਨ ਨੂੰ ਪਹੁੰਚਾਉਣ ਦੇ ਲਈ ਜਿਹੜਾ ਆ ਉਹਨਾਂ ਦੇ ਪਰਿਵਾਰਾਂ ਨੇ ਜਿਹੜਾ ਧੰਨਵਾਦ ਕੀਤਾ ਹੈਗਾ। ਲੀ ਤੇ ਸਵੀਡਨ ਰੋਂਗਫੁਲੀ ਕਹਿੰਦੇ ਡਿਟੇਨ ਕੀਤੇ ਗਏ ਸੀ US ਦੀ ਜਿਹੜੀ ਸਟੇਟ ਡਿਪਾਰਟਮੈਂਟ ਆ ਉਸ ਦੇ ਮੁਤਾਬਕ। ਤੇ ਉਹਨਾਂ ਨੇ ਕਿਹਾ ਵੀ ਇੱਕ ਹੋਰ ਅਮਰੀਕਨ ਡੇਵਿਡ ਲਿਨ ਉਸ ਨੂੰ ਚਾਈਨਾ ਕੋਲੋਂ ਸਤੰਬਰ ਮਹੀਨੇ ਦੇ ਵਿੱਚ ਛੁਡਾਇਆ ਸੀਗਾ। ਸੋ ਇਹ ਰਿਲੀਜ਼ ਲਗਭਗ 2 ਮਹੀਨੇ ਪਹਿਲਾਂ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹੁਣੀ ਜਦੋਂ ਆਫਿਸ ਲੈਣਗੇ ਉਹ ਤੋਂ ਪਹਿਲਾਂ ਕੀਤੀ ਗਈ ਆ। ਸੋ ਇਹ ਕਹਿੰਦੇ ਵੀ ਚੁੱਪਚਾਪ ਇੱਕ ਕੁਆਇਟ ਜਿਹੜੀ ਡਿਪਲੋਮੈਟਿਕ ਐਫਰਟਸ ਚੱਲ ਰਹੀ ਸੀਗੀ। ਪ੍ਰੈਜ਼ੀਡੈਂਟ ਜੋ ਬਾਈਡਨ, ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਤੇ ਜੇਕ ਸੁਲੀਵਾਨ ਤੇ ਹੋਰ ਜਿਹੜੇ US ਦੇ ਜਿਹੜੇ ਆਫੀਸ਼ੀਅਲਸ ਆ ਉਹ ਰਲ ਕੇ ਤੇ ਇਹਨਾਂ ਦੇ ਜਿਹੜੇ ਕਾਊਂਟਰ ਪਾਰਟਸ ਆ ਚਾਈਨਾ ਦੇ ਵਿੱਚ ਉਹ ਇਸ ਜਿਹੜੀ ਡੀਲ ਆ ਉਸ ਨੂੰ ਸਿਰੇ ਚੜਾਉਣ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਚਾਈਨੀਜ਼ ਐਮਬੈਸੀ ਜਿਹੜੀ ਵਾਸ਼ਿੰਗਟਨ ਦੇ ਵਿੱਚ ਆ ਉਹਨਾਂ ਨੇ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਕਮੈਂਟ ਨਹੀਂ ਕੀਤਾ। ਲੀ ਤੇ ਸਵੀਡਨ ਉਹਨਾਂ ਦੇ ਜਿਹੜੇ ਪਰਿਵਾਰ ਆ ਉਹ ਰੈਡੀ ਆ ਆਪਣੇ ਜੋ ਰਿਸ਼ਤੇਦਾਰ ਆ ਉਹਨਾਂ ਨੂੰ ਮਿਲਣ ਦੇ ਲਈ। ਹੈਰੀਸਨ ਲੀ, ਕਾਈਲੀ ਦਾ ਜੋ ਪੁੱਤ ਹੈਗਾ ਆ ਉਹ ਬਾਰ-ਬਾਰ ਵਾਸ਼ਿੰਗਟਨ ਜਾਂਦਾ ਰਿਹਾ ਆਪਣੇ ਫਾਦਰ ਦੀ ਜੋ ਉਹਨਾਂ ਦਾ ਇਸ਼ੂ ਆ ਉਹਨਾਂ ਨੂੰ ਰਿਲੀਜ਼ ਕਰਨ ਦੇ ਲਈ ਉਹ ਉਠਾਉਂਦਾ ਰਿਹਾ। 2016 ਤੋਂ ਲੈ ਕੇ ਹੁਣ ਤੱਕ 10 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਭੁਗਤ ਰਹੇ ਸੀ। 2023 ਦੇ ਵਿੱਚ ਹੈਰੀਸਨ ਲੀ ਨੇ CNN ਨੂੰ ਦੱਸਿਆ ਸੀ ਤੇ ਕਹਿੰਦਾ ਵੀ ਮੈਨੂੰ ਲੱਗਦਾ ਨਹੀਂ ਵੀ ਮੈਂ ਆਪਣੇ ਫਾਦਰ ਨੂੰ ਕਦੇ ਦੇਖੂੰਗਾ ਤੇ ਕਹਿੰਦਾ ਵੀ ਮੈਨੂੰ ਡਰ ਰਹਿੰਦਾ ਵੀ ਮੇਰਾ ਫਾਦਰ
ਇੱਕ ਜਦ ਵੀ ਆਊਗਾ ਬਾਕਸ ਦੇ ਵਿੱਚ ਹੀ ਆਊਗਾ, ਮੰਨ ਲਓ ਵੀ ਉਹ ਮਰਿਆ ਹੋਇਆ ਹੀ ਆਊਗਾ। ਸੋ ਕਹਿੰਦਾ ਵੀ ਇਸ ਪੁਆਇੰਟ ਦੇ ਉੱਤੇ ਮੈਂ ਬਹੁਤ ਖੁਸ਼ ਹਾਂ ਵੀ ਮੇਰਾ ਫਾਦਰ ਇੱਥੇ ਪਹੁੰਚ ਰਿਹਾ ਹੈਗਾ। ਮਾਰਕ ਸਵੀਡਨ ਦੀ ਜਿਹੜੀ ਮਦਰ ਆ, ਕੈਥਰੀਨ ਸਵੀਡਨ, ਉਸਨੇ ਵੀ ਕਿਹਾ ਵੀ ਮੈਂ ਆਪਣੇ ਪੁੱਤ ਦੇ ਲਈ ਬਹੁਤ ਚਿੰਤਾ ਵਿੱਚ ਸੀਗੀ। 2012 ਤੋਂ ਡਰੱਗ ਰਿਲੇਟਡ ਚਾਰਜਸ ਦੇ ਅੰਡਰ ਚਾਈਨਾ ਵਾਲਿਆਂ ਨੇ ਉਸ ਨੂੰ ਅਰੈਸਟ ਕੀਤਾ ਹੋਇਆ ਸੀ। ਕਹਿੰਦੇ ਵੀ ਇੱਕ ਦਹਾਕਾ ਹੋ ਗਿਆ ਉਸ ਨੂੰ ਰੱਖੇ ਹੋਏ ਨੂੰ, ਤੇ ਸਾਡਾ ਜਿਹੜਾ ਸਾਰਾ ਪਰਿਵਾਰ ਤੇ ਇਨਕਲੂਡਿੰਗ ਮਾਰਕ ਸਵੀਡਨ, ਉਹ ਫਿਜ਼ੀਕਲ ਤੇ ਸਾਈਕੋਲੋਜੀਕਲ ਜਿਹੜਾ ਟੌਰਚਰ ਦੇ ਥਰੂ ਗਏ ਆ। ਉਸਨੇ ਤਾਂ ਇੱਕ ਵਾਰੀ ਸੁਸਾਈਡ ਕਰਨ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਸੀਗੀ। 2019 ਚ ਉਹਨੂੰ ਜਿਹੜੀ ਸੈਂਟੈਂਸ ਕੀਤੀ ਗਈ ਸੀ ਟੂ ਡੈਥ। ਜੋ ਲਿਓਂਗ ਆ ਉਸ ਨੂੰ 2021 ਦੇ ਵਿੱਚ ਡਿਟੇਨ ਕੀਤਾ ਗਿਆ ਸੀ, ਤੇ 2023 ਦੇ ਵਿੱਚ ਲਾਈਫ ਇਨ ਪ੍ਰਿਜ਼ਨ ਸਪਾਈਂਗ ਚਾਰਜਸ ਦੇ ਸੰਬੰਧ ਦੇ ਵਿੱਚ ਉਸ ਨੂੰ ਅੰਦਰ ਕੀਤਾ ਗਿਆ ਸੀ। ਬਹੁਤ ਸਾਰੇ ਪ੍ਰੋ ਬੀਜਿੰਗ ਗਰੁੱਪਸ ਜਿਹੜੇ USA ਦੇ ਵਿੱਚ ਹੈਗੇ ਆ, ਉਹਨਾਂ ਦਾ ਉਹ ਵੈਟਰਨ ਲੀਡਰ ਆ। ਤੇ ਕਹਿੰਦੇ ਪਈ ਬਹੁਤ ਸਾਰੇ ਜਿਹੜੇ ਸੀਨੀਅਰ ਚਾਈਨੀਜ਼ ਗਵਰਨਮੈਂਟ ਆਫੀਸ਼ੀਅਲਸ ਆ, ਉਹਨਾਂ ਨੂੰ ਉਹ ਐਕਸਪੋਜ਼ ਕਰਦਾ ਸੀ। ਜੀ, ਅਗਲੀ ਜਿਹੜੀ ਇਸ ਵੇਲੇ ਦੀ ਦੁਨੀਆ ਭਰ ਦੀ ਸਭ ਤੋਂ ਵੱਡੀ ਖਬਰ ਆ, ਉਹ ਇਜ਼ਰਾਈਲ ਤੇ ਲੈਬਨਾਨ ਦੇ ਵਿਚਾਲੇ ਜਿਹੜੀ ਇਸ ਟਾਈਮ ਸੀਜ਼ਫਾਇਰ ਹੋਈ ਆ ਉਹਨੂੰ ਲੈ ਕੇ ਆ। ਜਿਵੇਂ ਇਹਨਾਂ ਦਾ ਲੈਬਨਾਨ ਦਾ ਇੱਕ ਆਰਮਡ ਗਰੁੱਪ ਹੈ ਹਿਜ਼ਬੁੱਲਾ, ਉਹਦੇ ਵਿਚਾਲੇ ਜਿਹੜੀ ਸੀਜ਼ਫਾਇਰ ਦੀ ਗੱਲ ਆਉਂਦੀ ਆ, ਤਾਂ ਉਸ ਤੋਂ ਬਾਅਦ ਹੁਣ ਲੈਬਨਾਨ ਦੇ ਵਿੱਚ ਜਿਹੜੇ ਉੱਥੋਂ ਦੇ ਸ਼ਹਿਰੀ ਨੇ, ਸਥਾਨਕ ਸ਼ਹਿਰੀ ਲੋਕ ਜਿਹੜੇ ਕਿ ਭੱਜ ਗਏ ਸੀ ਲੜਾਈ ਤੋਂ ਬਾਅਦ, ਉਹਨਾਂ ਨੂੰ ਸੁਰੱਖਿਅਤ ਟਿਕਾਣਿਆਂ ਵੱਲ ਜਾਣਾ ਪਿਆ ਸੀ, ਉਹਨਾਂ ਨੇ ਹੁਣ ਆਪਣੇ ਘਰਾਂ ਨੂੰ ਵਾਪਸੀ ਕੀਤੀ ਹੈ। ਇਹ ਜਿਹੜੀ ਡੀਲ ਹੋਈ ਹੈ ਸੀਜ਼ਫਾਇਰ ਦੀ, ਇਹ US ਤੇ ਫਰਾਂਸ ਦੇ ਯਤਨਾਂ ਸਦਕਾ ਜਿਹੜੀ ਅਮਲ ਦੇ ਵਿੱਚ ਆਈ ਆ। ਦੱਸਿਆ ਜਾ ਰਿਹਾ ਕਿ ਜਿਹੜਾ ਕਈ ਮਹੀਨਿਆਂ ਤੋਂ ਇਹਨਾਂ ਦੇ ਵਿਚਾਲੇ ਕੌਨਫਲਿਕਟ ਚੱਲ ਰਿਹਾ ਸੀਗਾ, ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਮਾਰੂ ਕਾਰਵਾਈਆਂ ਇਜ਼ਰਾਈਲ ਵੱਲੋਂ ਕੀਤੀਆਂ ਗਈਆਂ ਸੀਗੀਆਂ, ਜਿਸ ਦੇ ਸਿੱਟੇ ਵਜੋਂ ਇਹ ਹੋਇਆ ਸੀਗਾ ਕਿ ਗਾਜ਼ਾ ਪੱਟੀ ਤੋਂ ਬਾਅਦ ਲੈਬਨਾਨ ਦੇ ਵੀ ਇਲਾਕਿਆਂ ਦੇ ਜਿਹੜੇ ਇਜ਼ਰਾਈਲ ਵਾਲੇ ਪਾਸੇ ਲੱਗਦੇ ਆ, ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਲੋਕ ਹਿਜਰਤ ਕਰ ਗਏ ਸੀਗੇ। ਇਹਨਾਂ ਦੇ ਵਿੱਚੋਂ ਲੈਬਨਾਨ ਦੇ ਸ਼ਹਿਰੀ ਨੇ ਜ਼ਾਹੀ ਹਿਜ਼ਾਈ, ਉਹਨਾਂ ਨੇ 67 ਸਾਲ ਆ, ਉਹਨਾਂ ਨੇ ਕਿਹਾ ਕਿ ਹੁਣ ਜਿਹੜੀ ਇਹਨਾਂ ਦੇ ਵਿਚਾਲੇ ਜੰਗਬੰਦੀ ਹੋਈ ਆ, ਉਸ ਤੋਂ ਬਾਅਦ ਅਸੀਂ ਬੈਰੂਤ ਦੇ ਵਿੱਚ ਆਪਣੇ ਜਿਹੜਾ ਡੈਮੇਜਡ ਅਪਾਰਟਮੈਂਟ ਆ, ਜਿਹੜਾ ਸਾਡੀ ਘਰ ਜਿਹੜਾ ਕਿ ਇਸ ਟਾਈਮ ਤਬਾਹ ਹੋ ਚੁੱਕਿਆ, ਉਹਦੇ ਵਿੱਚ ਅਸੀਂ ਵਾਪਸੀ ਕਰਾਂਗੇ। ਪਰ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਬਹੁਤ ਹੋਰ ਜਿਹੜੇ ਇਲਾਕੇ ਨੇ, ਰਿਹਾਇਸ਼ੀ ਇਲਾਕੇ, ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਧਰ ਇਜ਼ਰਾਈਲ ਵਾਲੇ ਪਾਸੇ ਵੀ ਜਿਹੜੇ ਲੋਕ ਸਰਹੱਦੀ ਇਲਾਕਿਆਂ ਦੇ ਵੱਲ ਰਹਿੰਦੇ ਨੇ, ਉਹਨਾਂ ਨੇ ਵੀ ਕਿਹਾ ਕਿ ਅਸੀਂ ਬੇਸ਼ੱਕ ਆਪਣੇ ਘਰਾਂ ਨੂੰ ਪਰਤ ਤਾਂ ਰਹੇ ਹਾਂ, ਪਰ ਅਸਲ ਦੇ ਵਿੱਚ ਸਾਨੂੰ ਉਮੀਦ ਨਹੀਂ ਕਿ ਇਹ ਜਿਹੜੀ ਜੰਗਬੰਦੀ ਹੈ ਹੋਰ ਜ਼ਿਆਦਾ ਦੇਰ ਤੱਕ ਚੱਲੂਗੀ। 1982 ਦੇ ਵਿੱਚ ਇਜ਼ਰਾਈਲ ਨੇ ਪਹਿਲਾਂ ਵੀ ਇਹਨਾਂ ਇਲਾਕਿਆਂ ਦੇ ਵਿੱਚ ਬਿਲਡਿੰਗਸ ਨੂੰ ਹਿੱਟ ਕੀਤਾ ਸੀਗਾ ਵੱਡੇ ਪੱਧਰ ਦੇ ਉੱਤੇ। 13 ਸਾਲ ਉਹ ਕਹਿੰਦੇ ਕਿ ਅਸੀਂ ਹਿਜਰਤ ਦਾ ਦੌਰ ਦੇਖਿਆ, 13 ਸਾਲ ਸਾਨੂੰ ਆਪਣੇ ਇਲਾਕਿਆਂ ਤੋਂ ਦੂਰ ਰਹਿਣਾ ਪਿਆ, ਪਰ ਹੁਣ ਅਸੀਂ ਕਹਿੰਦੇ ਕਿ ਪਰਤ ਰਹੇ ਹਾਂ, ਅਸੀਂ ਖੁਸ਼ ਹਾਂ, ਪਰ ਨਾਲ ਸਾਡੇ ਇੱਕ ਸੰਸਾ, ਇੱਕ ਫਿਕਰ ਵੀ ਹੈ, ਇੱਕ ਝੋਰਾ ਵੀ ਹੈ ਕਿ ਜਿਹੜੇ ਘਰਾਂ ਦੇ ਵਿੱਚ ਅਸੀਂ ਪਰਤਾਂਗੇ, ਉਹਨਾਂ ਘਰਾਂ ਦੇ ਵਿੱਚ ਇਸ ਟਾਈਮ ਜਿਹੜਾ ਉਹ ਢੱਠੇ ਘਰਾਂ ਨੂੰ ਕਹਿ ਲਓ ਜਾਂ ਡਿੱਗੇ ਹੋਏ ਢਏ ਮਕਾਨਾਂ ਨੂੰ ਦੇਖਣ ਤੋਂ ਇਲਾਵਾ ਸਾਡੇ ਕੋਲੇ ਹੋਰ ਕੱਖ ਵੀ ਨਹੀਂ ਹੈ। ਹਾਂ, ਉਹਨਾਂ ਨੇ ਉਮੀਦ ਇਹ ਜ਼ਰੂਰ ਜਤਾਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਸੀਜ਼ਫਾਇਰ ਆ ਉਹ ਜਾਰੀ ਰਹੂਗੀ। ਇਜ਼ਰਾਈਲੀ ਕੈਬਨਿਟ ਦੇ ਵਿੱਚ ਵੀ ਇਸ ਮਤੇ ਉੱਤੇ ਵੋਟਿੰਗ ਜਿਹੜੀ ਆ ਉਹ ਹੋਣੀ ਹੈ ਕਿ ਇਹਦੇ ਵਿੱਚ ਅੱਗੇ ਕੀ ਕੀਤਾ ਜਾਵੇ, ਤੇ ਨਾਲ ਹੀ ਉਹ ਇਸ ਗੱਲ ਦੇ ਉੱਤੇ ਵੀ ਉਹ ਜਿਹੜੇ ਨੇ ਉਹ ਸੰਸਾ, ਫਿਕਰ, ਝੋਰਾ ਜਤਾ ਰਹੇ ਨੇ ਕਿ ਲਗਾਤਾਰ ਸੀਜ਼ਫਾਇਰ ਦੇ ਜਿਹੜੇ ਯਤਨ ਨੇ ਉਹਨਾਂ ਨੂੰ ਕਿ ਚੰਗੀ ਤਰ੍ਹਾਂ ਬੂਰ ਜਿਹੜਾ ਉਹ ਨਹੀਂ ਪੈ ਸਕਿਆ। ਸੋ ਹੁਣ ਲਿਬਨਾਨ ਦੇ ਸ਼ਹਿਰੀ ਜਿਹੜੇ ਨੇ ਸੀਜ਼ਫਾਇਰ ਤੋਂ ਬਾਅਦ ਇਹਨਾਂ ਇਲਾਕਿਆਂ ਦੇ ਵਿੱਚ ਪਰਤਣੇ ਸ਼ੁਰੂ ਹੋ ਗਏ ਨੇ। ਉਹਨਾਂ ਲੋਕਾਂ ਨੂੰ 2 ਮਹੀਨੇ ਪਹਿਲਾਂ ਜਿਹੜਾ ਉਹ ਇਹਨਾਂ ਇਲਾਕਿਆਂ ਦੇ ਵਿੱਚੋਂ ਭੱਜਣਾ ਪਊਗਾ। ਟਾਈਮਜ਼ ਆਫ ਇਜ਼ਰਾਈਲ ਦੀ ਖਬਰ ਦੇ ਮੁਤਾਬਕ ਬੈਰੂਤ ਦੇ ਵਿੱਚ ਸੈਂਕੜੇ ਜਿਹੜੇ ਲੋਕ ਨੇ ਉਹਨਾਂ ਨੂੰ ਕਾਰਾਂ, ਗੱਡੀਆਂ ਦੇ ਵਿੱਚ ਜਾਂ ਹੋਰ ਜਿਹੜੀਆਂ ਆਪਣੇ ਵਹੀਕਲਾਂ ਦੇ ਉੱਤੇ ਇਹਨਾਂ ਸ਼ਹਿਰਾਂ ਦੇ ਵੱਲ ਪਰਤਦੇ ਦੇਖਿਆ ਗਿਆ। ਇਹਨਾਂ ਲੋਕਾਂ ਨੇ ਹਿਜ਼ਬੁੱਲਾ ਦੇ ਝੰਡੇ ਤੇ ਮਾਰੇ ਗਏ ਲੀਡਰ ਨਸਰੱਲਾ ਦੀਆਂ ਜਿਹੜੀਆਂ ਤਸਵੀਰਾਂ ਸੀਗੀਆਂ ਉਹ ਆਪਣੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਸੀਗੀਆਂ। ਬਲ ਦੂਜੇ ਪਾਸੇ ਲਿਬਨਾਨ ਦੀ ਜਿਹੜੀ ਆਰਮੀ ਆ ਉਹੀ ਲੋਕਾਂ ਨੂੰ ਵਿੱਚੋਂ ਕਈ ਗਰੁੱਪਸ ਨੂੰ ਕਹਿ ਰਹੀ ਆ ਕਿ ਜਿੰਨਾ ਚਿਰ ਇਜ਼ਰਾਈਲੀ ਆਰਮੀ ਵਾਪਸ ਨਹੀਂ ਜਾਂਦੀ ਉਹਨਾਂ ਚਿਰ ਤੁਸੀਂ ਆਪਦੇ ਘਰਾਂ ਦੇ ਵੱਲ ਨਾ ਆਓ। ਪਰ ਇੱਕ ਵਾਰੀ ਫਿਰ ਤੋਂ ਜਿਹੜਾ ਸੀਜ਼ਫਾਇਰ ਸ਼ੁਰੂ ਹੋ ਚੁੱਕਿਆ ਤੇ ਕੁਝ ਹੀ ਘੰਟੇ ਦੇ ਬਾਅਦ ਉੱਤਰੀ ਲੈਬਨਾਨ ਤੋਂ ਦੱਖਣੀ ਲੈਬਨਾਨ ਦੇ ਵਿੱਚ ਜਿਹੜੇ ਲੋਕ ਨੇ ਉਹ ਪਰਤਣ ਲੱਗੇ ਨੇ। ਜੀ ਬਿਲਕੁਲ, ਇਜ਼ਰਾਈਲ ਤੇ ਹਿਜ਼ਬੁੱਲਾ ਦਾ ਜਿਹੜਾ ਸੀਜ਼ਫਾਇਰ ਆ ਉਹ ਆਲਰੇਡੀ ਸ਼ੁਰੂ ਹੋ ਚੁੱਕਾ ਹੈਗਾ। ਕਹਿੰਦੇ ਪਈ 60 ਦਿਨਾਂ ਦਾ ਜਿਹੜਾ ਹਾਲਟ ਕੀਤਾ ਗਿਆ ਹੈ
ਇਹਦੇ ਵਿੱਚ ਹਿਜ਼ਬੁੱਲਾ ਦੇ ਜਿਹੜੇ ਫਾਈਟਰਸ ਆ ਉਹ 40 ਕਿਲੋਮੀਟਰ ਜਾਣੀ ਕਿ 25 ਮੀਲ ਇਜ਼ਰਾਈਲ ਦੇ ਬਾਰਡਰ ਤੋਂ ਪਿੱਛੇ ਰਹਿ ਹਟ ਜਾਣਗੇ। ਹਮਾਸ ਵਾਲਿਆਂ ਨੇ ਇਹ ਕਿਹਾ ਆ ਵੀ ਉਹ ਇਸ ਦੇ ਨਾਲ ਕੋਆਪਰੇਟ ਕਰਨਗੇ। ਲੈਬਨਾਨ ਦਾ ਜਿਹੜਾ ਟਰੂਸ ਆ ਇਹ ਪੀਸ ਲਿਆਊਗਾ ਕਿ ਨਹੀਂ, ਪਰ ਬਹੁਤ ਸਾਰੇ ਜਿਹੜੇ ਐਕਸਪਰਟਸ ਆ ਉਹ ਇਹਦੇ ਉੱਤੇ ਸ਼ੱਕ ਕਰ ਰਹੇ ਹੈਗੇ ਆ। ਬਹੁਤ ਜੋ ਡਿਸਪਲੇਸਡ ਲੈਬਨੀਜ਼ ਹੈਗੇ ਆ ਉਹ ਘਰਾਂ ਨੂੰ ਵਾਪਸ ਪਰਤ ਰਹੇ ਹੈਗੇ ਆ, ਤੇ ਲੈਬਨਾਨ ਦੀ ਆਰਮੀ ਨੇ ਇਹ ਕਿਹਾ ਆ ਵੀ ਹੌਲੀ ਹੌਲੀ ਜਿਹੜਾ ਆ ਮੂਵ ਕੀਤਾ ਜਾਵੇ। ਸੋ ਹਜੇ ਵੀ ਉਹ ਜਿਹੜਾ ਯਕੀਨ ਆ ਨਹੀਂ ਕਰ ਰਹੇ ਹੈਗੇ। ਇਜ਼ਰਾਈਲ ਵਾਲਿਆਂ ਨੇ ਕਿਹਾ ਆ ਵੀ ਉਹ ICC ਦੇ ਜਿਹੜੇ ਅਰੈਸਟ ਵਾਰੰਟ ਨੈਤਨਯਾਹੂ ਤੇ ਗਲਾਂਟ ਦੇ ਅਗੇਂਸਟ ਜਾਰੀ ਕੀਤੇ ਗਏ ਆ, ਉਸ ਦੇ ਅਗੇਂਸਟ ਉਹ ਅਪੀਲ ਕਰਨਗੇ, ਕਿਉਂਕਿ ਉਹਨਾਂ ਨੇ ਜੋ ਇੰਨਾ ਵੱਡਾ ਜਿਹੜਾ ਕ੍ਰਾਈਮ ਕੀਤਾ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਜੋ ਵਾਰੰਟ ICC ਨੇ ਜਾਰੀ ਕੀਤੇ ਸੀ। ਜਾਰਡੇਨੀਅਨ 에ਅਰ ਫੋਰਸ ਨੇ ਗਾਜ਼ਾ ਦੇ ਵਿੱਚ ਕਈ ਮਹੀਨਿਆਂ ਬਾਅਦ ਹੁਣ ਜੋ ਫੂਡ ਆ ਉਸ ਨੂੰ ਜਿਹੜਾ ਪਹੁੰਚਾਇਆ ਹੈਗਾ ਆ। 124 ਦੇ ਕਰੀਬ 에ਅਰ ਡ੍ਰੌਪਸ ਕੰਡਕਟ ਕੀਤੇ ਹੈਗੇ ਆ ਜਾਰਡਨ ਨੇ। ਇਸ ਤੋਂ ਬਿਨਾਂ 266 ਹੋਰ 에ਅਰ ਡ੍ਰੌਪਸ ਜੋ ਆ ਬਾਕੀ ਮੁਲਕਾਂ ਨੇ ਵੀ ਕੀਤੇ ਹੈਗੇ ਆ। ਇਜ਼ਰਾਈਲ ਦੀ ਮਿਲਟਰੀ ਨੇ ਵਾਰਨਿੰਗ ਦਿੱਤੀ ਆ ਲੈਬਨੀਜ਼ ਲੋਕਾਂ ਨੂੰ ਵੀ ਸਾਊਥ ਆਫ ਲਿਟਾਨੀ ਰਿਵਰ ਵਾਲਾ ਜਿਹੜਾ ਏਰੀਆ ਆ ਉਧਰ ਨਾ ਜਾਇਆ ਜਾਵੇ। ਲੈਬਨੀਜ਼ ਜਿਹੜੇ ਸਿਟੀਜ਼ਨਸ ਆ ਉਹਨਾਂ ਨੇ ਕਿਹਾ ਵੀ ਸਾਡੇ ਲਈ ਇੱਕ ਮੂਮੈਂਟ ਆਫ ਪ੍ਰਾਈਡ ਆ, ਅਸੀਂ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਹੈਗੇ ਆ। ਟਰਕੀ ਦੇ ਪ੍ਰੈਜ਼ੀਡੈਂਟ ਐਰਦੋਗਨ ਨੇ ਇਹ ਕਿਹਾ ਆ ਵੀ ਜੇ ਗਾਜ਼ਾ ਦੀ ਵਿੱਚ ਸੀਜ਼ ਫਾਇਰ ਦੀ ਗੱਲਬਾਤ ਹੁੰਦੀ ਆ ਇਜ਼ਰਾਈਲ ਦੀ ਤੇ ਗਾਜ਼ਾ ਦੇ ਨੂੰ ਲੈ ਕੇ, ਤੇ ਉਹਦੇ ਲਈ ਉਹ ਪੂਰੀ ਤਰ੍ਹਾਂ ਜਿਹੜਾ ਸਾਥ ਦੇਣਗੇ। ਲੈਬਨੀਜ਼ ਦੀ ਜਿਹੜੀ ਆਰਮੀ ਆ ਉਹਦੀ ਜਿਹੜੀ ਸਾਊਥ ਆਫ ਕੰਟਰੀ ਦੇ ਵਿੱਚ ਕਾਫੀ ਵੱਡੀ ਜਿਹੜੀ ਪ੍ਰੈਜ਼ੈਂਸ ਆ, ਤੇ ਲੈਬਨਾਨ ਦੇ ਵਿੱਚ ਸਕੂਲ ਆਲਰੇਡੀ ਓਪਨ ਹੋਣੇ ਸ਼ੁਰੂ ਹੋ ਗਏ ਹੈਗੇ ਆ। ਸੋ ਬੱਚੇ ਸਕੂਲਾਂ ਨੂੰ ਵਾਪਸ ਜਾਣਗੇ। ਜੀ, ਦੇਖਿਆ ਜਾਵੇ ਤਾਂ ਇਸ ਸੰਘਰਸ਼ ਦੇ ਵਿੱਚ ਹਰਜੋਤ ਸਿੰਘ ਜੀ ਹੁਣ ਤੱਕ 3768 ਲੋਕਾਂ ਦੀ ਮੌਤ ਹੋ ਚੁੱਕੀ ਆ। 99,000 ਤੋਂ ਵੱਧ ਯਾਨੀ ਕਿ ਲੱਖ ਦੇ ਕਰੀਬ ਜਿਹੜੇ ਘਰ ਨੇ ਉਹ ਬਰਬਾਦ ਹੋ ਚੁੱਕੇ ਨੇ। 17,000 ਬੰਦਾ ਜ਼ਖਮੀ ਹੈ। 9 ਲੱਖ ਦੇ ਕਰੀਬ 1 ਮਿਲੀਅਨ ਦੇ ਕਰੀਬ ਲੋਕਾਂ ਨੂੰ ਜਿਹੜਾ ਪਲਾਇਨ ਆ ਉਹ ਇਹਨਾਂ ਇਲਾਕਿਆਂ ਤੋਂ ਕਰਨਾ ਪਿਆ ਸੀ, ਹਿਜਰਤ ਕਰਨੀ ਪਈ ਸੀ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਨਵੇਂ ਚੁਣੇ ਗਏ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਹੈਗੇ ਆ, ਉਹਨਾਂ ਨੇ ਟੈਰਿਫ ਦੇ ਸੰਬੰਧ ਦੇ ਵਿੱਚ ਆਪਣੇ ਦੋਨੋਂ ਹੀ ਜਿਹੜੇ ਗੁਆਂਢੀ ਮੁਲਕ ਆ ਕੈਨੇਡਾ ਤੇ ਮੈਕਸੀਕੋ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ 25% ਟੈਰਿਫ ਹੋਰ ਵਧਾਉਣਗੇ। ਉਸ ਨੂੰ ਲੈ ਕੇ ਦੋਨਾਂ ਮੁਲਕਾਂ ਦੇ ਜਿਹੜੇ ਲੀਡਰਸ ਆ ਕਾਫੀ ਅਪਸੈਟ ਹੈਗੇ ਆ, ਤੇ ਉਹ ਵੀ ਬਿਆਨ ਦੇ ਰਹੇ ਆ, ਤੇ ਨਾਲ ਦੀ ਨਾਲ ਇਹ ਵੀ ਕਹਿ ਰਹੇ ਆ ਵੀ ਇਹਦੇ ਨਾਲ 4 ਲੱਖ ਨੌਕਰੀਆਂ USA ਦੇ ਵਿੱਚੋਂ ਚਲੇ ਜਾਣਗੀਆਂ। ਰਿਊਟਰਸ ਦੇ ਮੁਤਾਬਕ ਮੈਕਸੀਕੋ ਨੇ ਵਾਰਨਿੰਗ ਦਿੱਤੀ ਆ ਵੀ ਟਰੰਪ ਹੋਣਾ ਦੇ ਜੋ ਟੈਰਿਫਸ ਆ ਉਹ 4 ਲੱਖ US ਦੀਆਂ ਜੌਬਸ ਨੂੰ ਕਿਲ ਕਰ ਦੇਣਗੇ। ਸੋ 4 ਲੱਖ ਲੋਕ ਜੌਬ ਤੋਂ ਬਿਨਾਂ, ਨੌਕਰੀਆਂ ਤੋਂ ਬਿਨਾਂ ਹੋ ਜਾਣਗੇ। ਮੈਕਸੀਕੋ ਨੇ ਇਹ ਕਿਹਾ ਵੀ ਜੇ ਟਰੰਪ ਹੋਣੀ ਜਾਂ ਅਮਰੀਕਾ ਟੈਰਿਫ ਇਨਕਰੀਜ਼ ਕਰਦਾ ਤੇ ਅਸੀਂ ਵੀ ਇਨਕਰੀਜ਼ ਕਰਾਂਗੇ। ਸ਼ੀਨਬੌਮ ਜੋ ਉੱਥੇ ਦੀ ਪ੍ਰੈਜ਼ੀਡੈਂਟ ਹੈਗੀ ਆ, ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ। ਮੈਕਸੀਕੋ ਦੇ ਇਕਨੋਮੀ ਮਿਨਿਸਟਰ ਮਾਰਸੈਲੋ ਐਵਾਰਡ ਜੋ ਆ ਉਹਨਾਂ ਨੇ ਸ਼ੈਨਵਰਨ ਦਾ ਸਾਥ ਦਿੱਤਾ ਹੈਗਾ। ਉਹਨਾਂ ਨੇ ਕਿਹਾ ਵੀ ਰੀਜਨਲ ਕੋਆਪਰੇਸ਼ਨ ਚਾਹੀਦੀ ਹੈਗੀ ਆ, ਨਾ ਕਿ ਇੱਕ ਤਰ੍ਹਾਂ ਦੇ ਨਾਲ ਜਿਹੜੇ ਟੈਕਸਸ ਆ ਉਹ ਗੁਆਂਢੀ ਮੁਲਕਾਂ ਤੇ ਵਧਾਏ ਜਾਣ। ਕਹਿੰਦੇ ਵੀ ਇਹ ਤਾਂ ਇਸ ਤਰ੍ਹਾਂ ਆ, ਐਵਾਰਡ ਜੋ ਕਹਿ ਰਿਹਾ ਵੀ ਕਿਸੇ ਨੂੰ ਪੈਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਹੋਵੇ। US MCA ਟ੍ਰੇਡ ਡੀਲ ਮੈਕਸੀਕੋ, ਕੈਨੇਡਾ ਤੇ USA ਦੇ ਵਿੱਚ ਆ। ਸੋ ਇਹਦਾ ਮਤਲਬ ਕਹਿੰਦੇ ਇਹੀ ਆ ਵੀ ਇਸ ਨੂੰ ਅਮਰੀਕਾ ਵਾਲੇ ਵਾਇਲੇਟ ਕਰਨਗੇ। ਐਵਾਰਡ ਨੇ ਵਾਰਨਿੰਗ ਦਿੱਤੀ ਆ ਇਹਦੇ ਨਾਲ US ਦੀਆਂ ਜੌਬ ਜਾਣਗੀਆਂ, ਤੇ US ਦੀਆਂ ਕੰਪਨੀਜ਼ ਜੋ ਮੈਕਸੀਕੋ ਦੇ ਵਿੱਚ ਪ੍ਰੋਡਕਸ਼ਨ ਕਰ ਰਹੀਆਂ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਆ ਉਹ ਪਊਗਾ। ਜਿਹੜੇ ਟੈਰਿਫਸ ਆ ਇਹ ਆਟੋਮੋਟਿਵ ਪਾਰਟਸ ਦੇ ਉੱਤੇ ਜੋ ਕ੍ਰਾਸ ਬਾਰਡਰ ਐਕਸਪੋਰਟਰਸ ਹੈਗੇ ਆ, ਸਪੈਸ਼ਲੀ ਕੈਨੇਡਾ ਦੇ ਵਿੱਚ ਵੀ, ਉਹਨਾਂ ਦੇ ਉੱਤੇ ਵੀ ਇਹਦਾ ਬਹੁਤ ਵੱਡਾ ਅਸਰ ਪਊਗਾ। ਫੋਰਡ, ਜਨਰਲ ਮੋਟਰ, ਸਟੈਲੈਂਟਿਸ, ਇਹ ਸਾਰੀਆਂ ਕੰਪਨੀਆਂ ਪਾਰਟਸ ਕੈਨੇਡਾ ਦੇ ਵਿੱਚ ਬਣਾਉਂਦੀਆਂ, ਅਮਰੀਕਾ ਦੇ ਵਿੱਚ ਮੈਕਸੀਕੋ ਦੇ ਵਿੱਚ ਵੀ ਬਣਾਉਂਦੀਆਂ ਹੈਗੀਆਂ।
ਮੈਕਸੀਕੋ USA ਦਾ ਸਭ ਤੋਂ ਵੱਡਾ ਟ੍ਰੇਡ ਪਾਰਟਨਰਸ ਹੈਗਾ, ਖਾਸ ਕਰਕੇ ਆਟੋਮੋਟਿਵ ਇੰਡਸਟਰੀ ਦੇ ਮਾਮਲੇ ਦੇ ਵਿੱਚ। 25% ਜੀ ਨਾਰਥ ਅਮਰੀਕਾ ਦੀ ਜਿਹੜੀ ਵਹੀਕਲ ਪ੍ਰੋਡਕਸ਼ਨ ਆ ਉਹ ਮੈਕਸੀਕੋ ਦੇ ਵਿੱਚ ਹੁੰਦੀ ਆ। ਤੇ ਐਨਾਲਿਸਟ, ਖਾਸ ਕਰਕੇ ਜੋ ਵਾਰਕਲੇਸ ਦੇ ਉੱਤੇ ਐਨਾਲਿਸਟ ਆ, ਉਹਨਾਂ ਨੇ ਇਹ ਕਿਹਾ ਆ ਵੀ 25% ਟੈਰਿਫ ਵਧਾਉਣ ਦੇ ਨਾਲ ਜੋ ਉਹਨਾਂ ਦਾ ਪ੍ਰੋਫਿਟ ਮਾਰਜਨ ਆ ਉਹ ਸਾਰਾ ਕੁਝ ਜ਼ੀਰੋ ਹੋ ਜਾਊਗਾ। ਸੋ ਡੈਟਰੋਇਟ ਦੇ 3 ਆਟੋ ਮੇਕਰਸ ਆ ਉਹ ਇਹਦੇ ਨਾਲ ਬਹੁਤ ਜ਼ਿਆਦਾ ਹਰਟ ਹੋਣਗੇ। ਬਲੈਂਕਟ 25% ਟੈਰਿਫ ਕਾਰਾਂ ਦੇ ਉੱਤੇ ਜਾਂ ਉਹਨਾਂ ਦੇ ਸਮਾਨ ਦੇ ਉੱਤੇ ਮੈਕਸੀਕੋ ਤੋਂ ਕੈਨੇਡਾ ਤੋਂ ਇਹ ਇੱਕ ਤਰ੍ਹਾਂ ਨਾਲ ਡਿਸਟਰਪਟਿਵ ਹੋਊਗਾ। ਇਨਵੈਸਟਰਸ ਨੇ ਇਹ ਕਿਹਾ ਵੀ ਇਹ ਇੱਕ ਸਟਾਕ ਮਾਰਕੀਟ ਦੇ ਵਿੱਚ ਵੀ ਬਹੁਤ ਵੱਡਾ ਅਸਰ ਕਰੂਗਾ। ਟਰੰਪ ਹੁਣਾਂ ਦੀ ਪ੍ਰੈਸ ਟੀਮ ਤੇ ਇਸ ਤੋਂ ਬਿਨਾਂ ਫੋਰਡ, ਸਟੈਲੈਂਟਿਸ, ਇਹਨਾਂ ਨੇ ਹਜੇ ਕੋਈ ਰਿਸਪੌਂਡ ਇਸ ਸਬੰਧ ਦੇ ਵਿੱਚ ਨਹੀਂ ਕੀਤਾ। USMCA ਇਹਦਾ ਜਿਹੜਾ ਰਿਵਿਊ ਹੋਣਾ ਹੈਗਾ 2026 ਦੇ ਵਿੱਚ। ਕਾਟੀਆ ਗੋਇਆ ਕਰਕੇ ਡਾਇਰੈਕਟਰ ਹੈਗੇ ਇੰਟਰਨੈਸ਼ਨਲ ਇਕਨੋਮਿਕ ਗਰੂਪੋ ਫਾਈਨੈਂਸੀਅਰੋ ਬੈਨੋਰਟੇ ਦੇ। ਉਹਨਾਂ ਨੇ ਇਹ ਕਿਹਾ ਵੀ ਤਿੰਨੇ ਜਿਹੜੇ ਮੁਲਕ ਆ USMCA ਵਾਲੇ, ਇਹਨਾਂ ਨੂੰ ਨੈਗੋਸ਼ੀਏਸ਼ਨ ਕਰਨੀ ਪਊਗੀ ਹਰ ਇੱਕ ਮੁਲਕ ਨੂੰ। ਏਦਾਂ ਨਹੀਂ ਵੀ ਇੱਕ ਮੁਲਕ ਜੋ ਆ ਉਹ ਇੰਨਾ ਜ਼ਿਆਦਾ ਟੈਰਿਫ ਵਧਾ ਦਾ। ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ, ਕਹਿੰਦੇ ਪਈ USMCA ਦੇ ਅੰਡਰ ਜੀ ਮੈਕਸੀਕੋ ਤੋਂ ਇਸ ਸਾਲ ਪਹਿਲੇ 9 ਮਹੀਨਿਆਂ ਦੇ ਵਿੱਚ 1.78 ਟ੍ਰਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਆ ਉਹ ਹੋ ਚੁੱਕਾ ਆ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਲਗਭਗ 2.5 ਟ੍ਰਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਆ ਉਹ ਮੈਕਸੀਕੋ ਤੋਂ ਕੈਨੇਡਾ ਦੇ ਵਿੱਚ ਹੁੰਦਾ ਹੈਗਾ। ਸੋ ਜੇ ਟੈਰਿਫ ਸੱਚਮੁੱਚ ਹੀ ਵੱਧ ਜਾਂਦੇ ਆ, ਉਹਦੇ ਨਾਲ ਬਹੁਤ ਸਾਰਾ ਸਮਾਨ, ਬਹੁਤ ਸਾਰੀਆਂ ਜੋ ਚੀਜ਼ਾਂ ਆ ਉਹ USA ਨੂੰ ਆਉਂਦੀਆਂ ਆ, ਉਹਨਾਂ ਦੀਆਂ ਕੀਮਤਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਜਾਊਗਾ। ਜਿਸ ਤਰ੍ਹਾਂ ਕਾਰਾਂ ਜਾਂ ਕਾਰਾਂ ਦੇ ਪਾਰਟਸ, ਉਹ ਤੁਹਾਨੂੰ ਮੈਂ ਦੱਸਿਆ ਆ। ਇਸ ਤੋਂ ਬਿਨਾਂ ਇਲੈਕਟ੍ਰੋਨਿਕ ਦਾ ਜਿਹੜਾ ਸਮਾਨ ਹੈਗਾ ਆ, ਕਹਿੰਦੇ ਪਈ ਅਮਰੀਕਨ ਕੰਜ਼ਿਊਮਰਸ 90 ਬਿਲੀਅਨ ਡਾਲਰ ਜੋ ਇਲੈਕਟ੍ਰੋਨਿਕ ਦਾ ਸਮਾਨ ਆ ਉਹਦੇ ਉੱਤੇ ਸਪੈਂਡ ਕਰਦੇ ਆ, ਖਾਸ ਕਰਕੇ ਟੀਵੀਜ਼, ਹੈਡਫੋਨ, ਲੈਪਟਾਪ, ਟੇਬਲੇਟਸ, ਵੀਡੀਓ ਗੇਮਸ, ਸਮਾਰਟਫੋਨਸ, ਹੋਰ ਇਲੈਕਟ੍ਰੋਨਿਕ ਦਾ ਸਮਾਨ। ਤੇ ਕਹਿੰਦੇ ਵੀ 10% ਟੈਰਿਫ ਚਾਈਨੀਜ਼ ਇੰਪੋਰਟ ਦੇ ਉੱਤੇ ਜੇ ਲੱਗੂਗਾ ਤੇ ਉਹਦਾ ਜਿਹੜਾ ਅਸਰ ਆ ਉਹ ਵੀ ਆਮ ਜੋ ਅਮਰੀਕਨ ਆ ਉਹਨਾਂ ਦੇ ਉੱਤੇ ਪਊਗਾ। ਸੋ ਤੁਹਾਡਾ ਜਿਹੜਾ ਘਰਾਂ ਦੇ ਵਿੱਚ ਜਿਹੜਾ ਸਮਾਨ ਆਪਾਂ ਜਦੋਂ ਖਰੀਦਾਂਗੇ ਤੇ ਉਹ ਕਾਫੀ ਮਹਿੰਗਾ ਹੋਊਗਾ। ਇੱਕ ਤਾਂ ਇਹ ਹੋ ਗਿਆ ਇਲੈਕਟ੍ਰੋਨਿਕ ਦਾ, ਕਿਉਂਕਿ ਬੈਸਟ ਬਾਈ ਦੇ CEO ਕੋਰੀ ਬੈਰੀ, ਉਹਨਾਂ ਨੇ ਵੀ ਇਹ ਕਿਹਾ ਵੀ ਕੰਪਨੀ ਦੀਆਂ ਜੋ ਅਰਨਿੰਗਸ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਸੋ ਦੂਸਰਾ ਹੈਗਾ ਫੁੱਟਵੀਅਰ ਦਾ, ਸ਼ੂਜ਼ ਵਗੈਰਾ ਦਾ। ਫੁੱਟਵੀਅਰ ਜੋ ਆ ਇਹ ਅਗਲੀ ਗੁੱਡ ਕੈਟਾਗਰੀ ਹੈਗੀ ਆ। ਫੁੱਟਵੀਅਰ ਡਿਸਟ੍ਰੀਬਿਊਟਰਸ ਤੇ ਰਿਟੇਲਰਸ ਆਫ ਅਮਰੀਕਾ ਜੋ FDRA ਹੈਗੇ, ਕਹਿੰਦੇ ਵੀ 99% ਫੁੱਟਵੀਅਰ ਜੋ ਅਮਰੀਕਾ ਦੇ ਵਿੱਚ ਸੋਲਡ ਕੀਤੇ ਜਾਂਦੇ ਆ ਉਹ ਬਾਹਰ ਹੀ ਬਣਦੇ ਆ। ਸੋ ਹੁਣ ਉਹ ਹਿਸਾਬ ਲਾ ਲਓ ਵੀ ਜੇ ਉਹਨਾਂ ਦੇ ਉੱਤੇ 25% ਟੈਰਿਫ ਲੱਗਦਾ ਆ ਤੇ ਉਹ ਨੈਚੁਰਲੀ ਫਿਰ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਊਗਾ। ਸੋ 56% ਫੁੱਟਵੀਅਰ ਕੱਲੇ ਚਾਈਨਾ ਤੋਂ ਹੀ ਆਉਂਦੇ ਆ। ਸੋ ਜੋ ਟੈਰਿਫ ਚਾਈਨੀਜ਼ ਗੁੱਡਸ ਦੇ ਉੱਤੇ ਲੱਗੂਗਾ, ਚਾਈਨੀਜ਼ ਫੁੱਟਵੀਅਰ ਦੇ ਉੱਤੇ ਲੱਗੂਗਾ, ਸੋ ਇਹ ਵਰਕਿੰਗ ਫੈਮਿਲੀ ਜਿਹੜੀਆਂ ਅਮਰੀਕਾ ਦੇ ਵਿੱਚ ਆ ਉਹਨਾਂ ਦੇ ਲਈ ਇਹ ਹਾਰਡ ਹੋਊਗਾ। ਉਸ ਤੋਂ ਬਿਨਾਂ ਜਿਹੜੀ ਤੀਜੀ ਚੀਜ਼ ਜਿਹਦੇ ਉੱਤੇ ਜ਼ਿਆਦਾ ਟੈਕਸ ਲੱਗੂਗਾ, ਜੋ ਸਾਨੂੰ ਇਫੈਕਟ ਕਰੂਗੀ ਇੰਡੀਵਿਜੂਅਲ ਲੈਵਲ ਦੇ ਉੱਤੇ, ਉਹ ਹੈਗੀਆਂ ਹੋਮ ਗੁੱਡਸ। ਹੋਮ ਗੁੱਡਸ ਵੀ ਜੋ ਆ ਉਹ ਬਹੁਤ ਵੱਡਾ ਉਹਦਾ ਪੋਰਸ਼ਨ ਬਾਹਰਲੇ ਮੁਲਕਾਂ ਦੇ ਵਿੱਚ, ਖਾਸ ਕਰਕੇ ਚਾਈਨਾ ਤੇ ਮੈਕਸੀਕੋ ਦੇ ਵਿੱਚ ਬਣਦਾ ਹੈਗਾ। ਸੋ ਉਹਦਾ ਵੀ ਅਸਰ ਲੋਕਾਂ ਤੇ ਹੋਊਗਾ। ਤੇ ਚੌਥਾ ਹੈਗਾ ਗੈਸ ਪ੍ਰਾਈਸਿਸ। ਕਹਿੰਦੇ ਵੀ 25% ਟੈਰਿਫ ਜੇ ਕੈਨੇਡੀਅਨ ਇੰਪੋਰਟਸ ਦੇ ਉੱਤੇ ਲੱਗਦਾ ਹੈਗਾ, ਤੇ ਜੋ ਕਰੂਡ ਆਇਲ ਆ ਇੰਪੋਰਟ ਕੀਤਾ ਜਾਂਦਾ ਵੈਸਟਰਨ ਕੈਨੇਡਾ ਤੋਂ, ਸੋ ਉਹਦੇ ਉੱਤੇ ਵੀ ਇਹ ਟੈਕਸ ਲੱਗੂਗਾ। ਪੈਟਰਿਕ ਡਿਹਾਨ ਐਨਾਲਿਸਟ ਹੈਗੇ ਗੈਸ ਬਡੀ ਦੇ। ਸੋ ਸਭ ਤੋਂ ਵੱਧ ਕਹਿੰਦੇ ਜਿਹੜੇ ਡਰਾਈਵਰਸ ਆ ਉਹ ਹਿੱਟ ਹੋਣਗੇ ਹਾਈ ਗੈਸ ਪ੍ਰਾਈਸਿਸ ਨਾਲ, ਉਹ ਖਾਸ ਕਰਕੇ ਜੋ ਗ੍ਰੇਟ ਲੇਕਸ ਵਾਲਾ, ਮਿਡ ਵੈਸਟ, ਰੌਕੀਜ਼ ਵਾਲਾ ਜੋ ਏਰੀਆ ਹੈਗਾ ਆ, ਕਿਉਂਕਿ ਇਹ ਕੈਨੇਡੀਅਨ ਕਰੂਡ ਆਇਲ ਇਧਰੋਂ ਇਸ ਅਮਰੀਕਾ ਦੇ ਹਿੱਸੇ ਦੇ ਵਿੱਚ ਜ਼ਿਆਦਾ ਆਉਂਦਾ ਹੈ। ਕਹਿੰਦੇ ਵੀ 25 ਸੈਂਟ ਤੋਂ ਲੈ ਕੇ 75 ਸੈਂਟ
1 ਗੈਲਨ ਤੱਕ ਜੋ ਗੈਸ ਦੀਆਂ ਪ੍ਰਾਈਸਿਸ ਆ ਉਹ ਵਧਣਗੀਆਂ। ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਤੁਸੀਂ ਯਾਦ ਕਰ ਲਓ ਜਦੋਂ ਮੈਂ ਪ੍ਰੈਜ਼ੀਡੈਂਟ ਸੀ ਉਸ ਟਾਈਮ ਦੇ ਉੱਤੇ ਕੀ ਗੈਸ ਦੀ ਪ੍ਰਾਈਸ ਸੀ, ਵੀ ਮੈਂ ਗੈਸ ਦੀ ਪ੍ਰਾਈਸ ਉਸ ਸਮੇਂ ਵਾਲੀ ਜਿਹੜੀ ਲੈ ਕੇ ਆਊਂਗਾ। ਆਪਾਂ ਨੂੰ ਪਤਾ ਹੈ ਵੀ ਉਸ ਟਾਈਮ ਦੇ ਉੱਤੇ $3 ਤੋਂ ਵੀ ਥੱਲੇ ਜਿਹੜੀ ਗੈਸ ਆ ਉਹ ਹੋ ਗਈ ਸੀ। ਸੋ ਹੁਣ ਇਹ ਸਾਰਾ ਕੁਝ 20 ਜਨਵਰੀ ਤੋਂ ਬਾਅਦ ਹੀ ਪਤਾ ਲੱਗੂਗਾ, ਜਦੋਂ ਟਰੰਪ ਹੁਣੀ ਆਪਣਾ ਆਫਿਸ ਸੰਭਾਲਦੇ ਹੈਗੇ ਆ, ਕਿਹੜੀਆਂ ਚੀਜ਼ਾਂ ਦੇ ਉੱਤੇ ਕਿੰਨਾ ਟੈਰਿਫ ਲੱਗਦਾ, ਕਿਹੜੇ ਮੁਲਕ ਤੋਂ ਕਿਹੜੀ ਜਿਹੜਾ ਸਮਾਨ ਆਉਂਦਾ ਉਹਨਾਂ ਦੇ ਉੱਤੇ ਐਕਸਟਰਾ ਜਿਹੜਾ ਟੈਰਿਫ ਆ ਉਹ ਲੱਗੂਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਪਾਕਿਸਤਾਨ ਬਾਰੇ ਆਪਾਂ ਲੰਘੇ ਦਿਨਾਂ ਦੇ ਵਿੱਚ ਪ੍ਰੋਗਰਾਮ ਜਿੰਨੇ ਵੀ ਕੀਤੇ ਨੇ ਉਹਨਾਂ ਦੇ ਵਿੱਚ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹੀਦਾ। ਪਾਕਿਸਤਾਨ ਦੇ ਵਿੱਚ ਹੁਣ ਇੱਕ ਵਾਰੀ ਜਿਹੜੇ ਇਮਰਾਨ ਖਾਨ ਦੀ ਪਾਰਟੀ ਆ ਉਹਨਾਂ ਨੇ ਜਿਹੜੇ ਇਸਲਾਮਾਬਾਦ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਸੀਗੇ ਉਹਨਾਂ ਨੂੰ ਮੁਲਤਵੀ ਕਰ ਦਿੱਤਾ। ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਬੀਤੀ ਰਾਤ ਜਿਹੜੀ ਹਕੂਮਤੀ ਜ਼ਬਰ ਤੋਂ ਬਾਅਦ ਆਪਣਾ ਵਿਰੋਧ ਪ੍ਰਦਰਸ਼ਨ ਹਾਲ ਦੀ ਘੜੀ ਰੋਕ ਦਿੱਤਾ ਹੈ। ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਕਈ ਵੈਬਸਾਈਟ ਜਿਹੜੀਆਂ ਨੇ ਉਹ 8 ਲੋਕਾਂ ਦੀ ਮੌਤ ਹੋਣ ਬਾਰੇ ਵੀ ਦੱਸਦੀਆਂ ਨੇ ਤੇ ਤਕਰੀਬਨ 60 ਦੇ ਕਰੀਬ ਜਿਹੜੇ ਬੰਦੇ ਨੇ ਉਹ ਜ਼ਖਮੀ ਹੋ ਚੁੱਕੇ ਨੇ, ਜਦੋਂ ਕਿ ਪਾਕਿਸਤਾਨ ਦੀ ਤਹਿਰੀਕੇ ਪਾਰਟੀ ਨੇ ਪਹਿਲਾਂ ਦਾਅਵਾ ਕੀਤਾ ਸੀਗਾ ਕਿ ਉਹਨਾਂ ਦੇ ਸੈਂਕੜੇ ਕਾਰਕੁਨ ਮਾਰੇ ਜਾ ਚੁੱਕੇ ਨੇ। ਇਸ ਤੋਂ ਇਲਾਵਾ ਇਹਨਾਂ ਰੋਸ ਮੁਜ਼ਾਹਰਿਆਂ ਦੀ ਅਗਵਾਈ ਕਰ ਰਹੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਆਮੀਨ ਦੇ ਥਾਂ ਟਿਕਾਣੇ ਦਾ ਪਤਾ ਨਾ ਲੱਗ ਸਕਿਆ, ਪਰ ਹੁਣ ਇਹ ਪਤਾ ਲੱਗਿਆ ਕਿ ਉਹ ਉੱਤਰ ਪੱਛਮੀ ਸੂਬੇ ਦੇ ਐਬਟਾਬਾਦ ਦੇ ਨੇੜੇ ਮਾਨਸੇਰਾ ਦੇ ਵਿੱਚ ਨੇ। ਅਧਿਕਾਰੀਆਂ ਨੇ ਜਿਹੜੇ ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਵੱਲੋਂ 3 ਦਿਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਬੰਦ ਕੀਤੇ ਗਏ ਸਾਰੇ ਮੁੱਖ ਮਾਰਗਾਂ ਦੀ ਸਫਾਈ ਕਰਵਾ ਕੇ ਸੜਕਾਂ ਆਵਾਜਾਈ ਦੇ ਲਈ ਖੋਲ੍ਹ ਦਿੱਤੀਆਂ ਨੇ। ਇਸੇ ਦੌਰਾਨ ਇਮਰਾਨ ਖਾਨ ਦੀ ਪਾਰਟੀ ਦੇ ਆਗੂਆਂ ਨੇ ਦੋਸ਼ ਇਹ ਲਾਇਆ ਕਿ ਸਰਕਾਰ ਨੇ ਬੇਰਹਿਮੀ ਦੇ ਨਾਲ ਨਿਹੱਥੇ ਲੋਕਾਂ ਦੀ ਮਾਰ ਕੁਟਾਈ ਕੀਤੀ ਅਤੇ ਪਾਰਟੀ ਕਾਰਕੁਨਾਂ ਤੇ ਜਿਹੜਾ ਤਸ਼ੱਦਦ ਆ ਉਹ ਢਾਇਆ। ਇਸੇ ਤਰ੍ਹਾਂ ਇੱਕ ਖਬਰ ਹੋਰ ਸੀਗੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਰੋਸ ਮੁਜ਼ਾਹਰਿਆਂ ਦੇ ਦੌਰਾਨ ਹਿੰਸਾ ਦੇ ਵਿੱਚ ਨੀਂ ਫੌਜੀ ਬਲਾਂ ਦੇ 4 ਜਵਾਨ ਅਤੇ 2 ਪੁਲਿਸ ਮੁਲਾਜ਼ਮ ਮਾਰੇ ਗਏ ਨੇ, ਜਦੋਂ ਕਿ 200 ਤੋਂ ਵੱਧ ਸੁਰੱਖਿਆ ਜਿਹੜੇ ਜਵਾਨ ਨੇ ਉਹ ਜ਼ਖਮੀ ਹੋਏ ਨੇ। ਇੱਥੇ ਹਿੰਸਾ ਹੋਈ ਸੀ ਜਦੋਂ ਤੇ ਉਸ ਤੋਂ ਬਾਅਦ ਰਾਜਧਾਨੀ ਦੇ ਵਿੱਚ ਜਿਹੜੀ ਫੌਜ ਆ ਉਹ ਤੈਨਾਤ ਕਰਨੀ ਪਈ ਸੀਗੀ ਤੇ ਇੱਥੋਂ ਤੱਕ ਹਾਲਾਤ ਪਾਕਿਸਤਾਨ ਦੇ ਵਿੱਚ ਵਿਗੜੇ ਸਨ, ਜਿੱਥੇ ਮੁਜ਼ਾਹਰਾਕਾਰੀਆਂ ਨੂੰ ਦੇਖਦੇ ਗੋਲੀ ਮਾਰਨ ਦੇ ਜਿਹੜੇ ਹੁਕਮ ਆ ਉਹ ਦੇ ਦਿੱਤੇ ਗਏ ਸੀਗੇ। ਲੰਘੇ ਦਿਨਾਂ ਦੇ ਵਿੱਚ ਇਮਰਾਨ ਖਾਨ ਦੀ ਜਿਹੜੀ ਪਾਰਟੀ ਆ ਉਹਦੇ ਸਮਰਥਕ ਡੀ ਚੌਂਕ ਵੱਲ ਜਦੋਂ ਜਾਂਦੇ ਸੀਗੇ ਤਾਂ ਉਦੋਂ ਉਹ ਕੌਮੀ ਰਾਜਧਾਨੀ ਦੇ ਸੈਂਟਰ ਦੇ ਵਿੱਚ ਤਕਰੀਬਨ ਪਹੁੰਚ ਚੁੱਕੇ ਸਨ। ਇਸੇ ਦਰਮਿਆਨ ਰੇਡੀਓ ਪਾਕਿਸਤਾਨ ਤੋਂ ਇਹ ਵੀ ਖਬਰ ਨਸ਼ਰ ਹੁੰਦੀ ਹੈ ਕਿ ਇੱਕ ਵਹੀਕਲ ਦੇ ਵਿੱਚ ਵਾਹਨ ਵੱਲੋਂ ਟੱਕਰ ਮਾਰਨ ਕਰਕੇ ਪਾਕ ਰੇਂਜਰਸ ਦੇ ਜਿਹੜੇ 4 ਅਧਿਕਾਰੀਆਂ ਦੀ ਮੌਤ ਹੋ ਚੁੱਕੀ ਹੈ ਤੇ ਇਹਦੇ ਵਿੱਚ 2 ਪੁਲਿਸ ਮੁਲਾਜ਼ਮ ਵੀ ਹਿੰਸਾ ਦੇ ਵਿੱਚ ਮਾਰੇ ਗਏ ਤੇ ਇਹਦਾ ਜਿਹੜਾ ਦੋਸ਼ ਸੀਗਾ ਉਹ ਇਮਰਾਨ ਖਾਨ ਦੀ ਪਾਰਟੀ ਦੇ ਸਮਰਥਕਾਂ ਉੱਤੇ ਲੱਗਿਆ। ਅਮਰੀਕਾ ਦੇ ਵਿਦੇਸ਼ ਵਿਭਾਗ ਤਰਜਮਾਨ ਮੈਥਿਊ ਮਿਲਰ ਨੇ ਵੀ ਇਸ ਦੇ ਉੱਤੇ ਆਪਣੀ ਟਿੱਪਣੀ ਕੀਤੀ ਸੀਗੀ। ਉਹ ਕਹਿੰਦੇ ਕਿ ਪਾਕਿਸਤਾਨ ਦੇ ਵਿੱਚ ਮਨੁੱਖੀ ਅਧਿਕਾਰਾਂ ਤੇ ਪ੍ਰਗਟਾਵੇ ਦੀ ਜਿਹੜੀ ਆਜ਼ਾਦੀ ਦਾ ਉਹ ਸਨਮਾਨ ਕੀਤਾ ਜਾਵੇ ਤੇ ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਉਹ ਯਕੀਨੀ ਜਿਹੜੀ ਆ ਉਹ ਬਣਾਈ ਜਾਵੇ। ਦੂਜੇ ਪਾਸੇ ਸ਼ਾਹਬਾਜ਼ ਸ਼ਰੀਫ ਜਿਹੜੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਹਿੰਸਾ ਕਰ ਰਹੇ ਨੇ ਉਹ ਬਹੁਤ ਮਾੜਾ ਕਰ ਰਹੇ ਨੇ, ਘਟੀਆ ਸਿਆਸੀ ਏਜੰਡੇ ਦੇ ਲਈ ਖੂਨ ਖਰਾਬਾ ਅਸੀਂ ਸਵੀਕਾਰ ਨਹੀਂ ਕਰਾਂਗੇ। ਤਹਿਰੀਕੇ ਇਨਸਾਫ ਪਾਰਟੀ ਦੇ ਰੋਸ ਮਾਰਚ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਆਗੂਆਂ ਪੀਟੀ ਆਗੂਆਂ ਦੇ ਵਿਰੁੱਧ ਜਿਹੜੇ ਕੇਸ ਨੇ ਉਹ ਦਰਜ ਕਰ ਲਏ ਗਏ ਨੇ ਤੇ ਇਹ ਕੇਸ ਜਿਹੜੇ ਉਹ ਤਾਂ ਕਰਕੇ ਕਿਉਂਕਿ ਲੰਘੇ ਦਿਨੀ ਇੱਕ ਝੜਪ ਦੇ ਦੌਰਾਨ ਸਿਪਾਹੀ ਮੁਹੰਮਦ ਮੁਬਸ਼ਿਰ ਬਿਲਾਲ ਜਿਹੜੇ ਨੇ ਉਹਦੀ ਮੌਤ ਹੋ ਗਈ ਸੀਗੀ ਤੇ ਇਸ ਤਰ੍ਹਾਂ ਜਿਹੜੇ 4 ਆਪਾਂ ਫੌਜ ਦੇ ਜਵਾਨ ਦੱਸਿਆ ਨਹੀਂ ਫੌਜੀ ਦਾ ਬਲਾਂ ਦੇ ਜਿਹੜੇ ਜਵਾਨ ਨੇ ਉਹਨਾਂ ਦੀ ਵੀ 4 ਜਣਿਆਂ ਦੀ ਮੌਤ ਹੋਈ ਸੀ। ਉਸ ਸਬੰਧ ਦੇ ਵਿੱਚ ਪੀਟੀ ਆਗੂਆਂ ਦੇ ਵਿਰੁੱਧ ਜਿਹੜੇ ਕੇਸ ਨੇ ਉਹ ਦਰਜ ਕੀਤੇ ਗਏ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ ਆਪਣੇ ਆਉਣ ਵਾਲੇ ਸਮੇਂ ਆਉਣ ਵਾਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਜੋ ਹੈਲਥ ਆ ਉਹਦੇ ਡਾਇਰੈਕਟਰ ਜੇ ਭੱਟਾਚਾਰੀਆ ਨੂੰ ਚੁਣਨ ਜਾ ਰਹੇ ਹੈਗੇ। ਉਹਦਾ ਨਾਂ ਉਹਨਾਂ ਨੇ ਨੋਮੀਨੇਟ ਕੀਤਾ ਹੈਗਾ ਯੂਐਸ ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਉਹਨਾਂ ਨੇ। ਭੱਟਾਚਾਰੀਆ ਹੁਣੀ ਕਾਫੀ ਕ੍ਰਿਟਿਸਿਜ਼ਮ ਕੀਤਾ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਕੋਵਿਡ ਪੈਂਡੇਮਿਕ ਦੇ ਦੌਰਾਨ, ਵੀ ਉਹਨਾਂ ਨੇ ਕਿਸ ਤਰ੍ਹਾਂ ਜੋ ਹੈਂਡਲ ਕੀਤਾ ਹੈਗਾ। ਉਹਨਾਂ ਦਾ ਜਿਹੜਾ ਮੇਨ ਮਕਸਦ ਇਹ ਸੀ ਵੀ ਸਾਨੂੰ ਇੰਨਾ ਜ਼ਿਆਦਾ ਜੋ ਲੋਕਡਾਊਨ ਆ ਉਹ ਨਹੀਂ ਕਰਨਾ ਚਾਹੀਦਾ। ਭੱਟਾਚਾਰੀਆ ਫਿਜ਼ੀਸ਼ੀਅਨ ਹੈਗੇ ਆ, ਪ੍ਰੋਫੈਸਰ ਆਫ ਹੈਲਥ ਪਾਲਿਸੀ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਰਿਸਰਚ ਐਸੋਸੀਏਟ ਹੈਗੇ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਐਟ ਸਟੈਨਫੋਰਡ। 1997 ਦੇ ਵਿੱਚ ਮੈਡੀਕਲ ਡਿਗਰੀ ਭੱਟਾਚਾਰੀਆ ਨੇ ਪ੍ਰਾਪਤ ਕੀਤੀ ਸੀ ਸਟੈਨਫੋਰਡ ਯੂਨੀਵਰਸਿਟੀ ਤੋਂ ਤੇ ਆਪਣੀ PhD ਉਹਨਾਂ ਨੇ ਇਕਨੋਮਿਕਸ ਆਫ ਹੈਲਥ ਕੇਅਰ 2000 ਦੇ ਵਿੱਚ ਸਟੈਨਫੋਰਡ ਯੂਨੀਵਰਸਿਟੀ ਡਿਪਾਰਟਮੈਂਟ ਆਫ ਇਕਨੋਮਿਕਸ ਤੋਂ ਕੀਤੀ ਸੀ।
2020 ਦੇ ਵਿੱਚ ਜਦੋਂ ਵਰਲਡ ਵਾਈਡ ਕੋਵਿਡ-19 ਪੈਂਡੈਮਿਕ ਹੋਇਆ, ਉਸ ਟਾਈਮ ਦੇ ਉੱਤੇ ਭੱਟਾਚਾਰੀਆ ਹੋਣਾ ਨੇ ਇਹ ਕਿਹਾ ਸੀ ਭਈ ਕੰਪਲੀਟ ਲੋਕਡਾਊਨ ਨਹੀਂ ਹੋਣਾ ਚਾਹੀਦਾ। ਤੇ ਉਹਨਾਂ ਨੇ ਆਰਗੂ ਕੀਤਾ ਸੀ ਭਈ ਇਹ ਜੋ ਫਿਜ਼ੀਕਲ ਤੇ ਮੈਂਟਲ ਹੈਲਥ ਦੇ ਉੱਤੇ ਇਫੈਕਟ ਕਰਦਾ ਜਦੋਂ ਸਾਰਾ ਕੁਝ ਅਸੀਂ ਲੋਕਡਾਊਨ ਕਰ ਦਿੰਦੇ ਹੈਗੇ ਆ। ਉਸ ਟਾਈਮ ਦੇ ਉੱਤੇ ਆਪਾਂ ਨੂੰ ਪਤਾ ਹੀ ਆ ਭਈ ਅਮਰੀਕਾ ਦੇ ਵਿੱਚ ਪੂਰਾ ਲੋਕਡਾਊਨ ਹੋਇਆ ਸੀ। ਤੇ ਉਹਨਾਂ ਨੇ ਇੱਕ ਕੋ-ਆਥਰ ਕੀਤਾ ਸੀ ਓਪਨ ਲੈਟਰ ਗ੍ਰੇਟ ਬ੍ਰਿੰਗਟਨ ਡਿਕਲੇਰੇਸ਼ਨ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਭਈ ਜੋ ਇਹ ਲੋਕਡਾਊਨ ਆ ਇਹਦਾ ਕੋਵਿਡ ਦਾ ਤਾਂ ਪਤਾ ਨਹੀਂ ਬੰਦਾ ਬਚ ਜਾਏ ਜਾਂ ਨਾ ਬਚੇ, ਉਹਦੇ ਮੈਂਟਲ ਦੇ ਉੱਤੇ ਜਿਹੜਾ ਜਾਂ ਹੋਰ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਪਊਗਾ। ਜੀ। ਹੂੰ। ਉਹਨਾਂ ਦੇ ਜਿਹੜੇ ਵਨ ਆਫ ਜਿਹੜੇ ਫਾਰਮਰ ਕ੍ਰਿਟਿਕਸ ਆ, ਉਹ ਡਾਕਟਰ ਫ੍ਰਾਂਸਿਸ ਕੋਲਿਨਜ਼ ਹੈਗੇ ਆ, ਸਾਬਕਾ NIH ਦੇ ਡਾਇਰੈਕਟਰ ਆ। ਉਹਨਾਂ ਨੇ ਭੱਟਾਚਾਰੀਆ ਤੇ ਇੱਕ ਕੋ-ਆਥਰ ਹੈਗੇ ਆ, ਉਹਨਾਂ ਨੇ ਕਿਹਾ ਵੀ ਫ੍ਰਿੰਜ ਇਹ ਐਪੀਡੈਮੀਓਲੋਜਿਸਟ ਸੀਗੇ 2020 ਦੇ ਵਿੱਚ, ਜਿਨ੍ਹਾਂ ਨੇ ਇਹ ਵਿਰੋਧ ਕੀਤਾ ਸੀਗਾ। ਸੋ ਕਾਫੀ ਇੰਟੈਲੀਜੈਂਟ ਮੰਨੇ ਜਾਂਦੇ ਹੈਗੇ ਆ। ਭੱਟਾਚਾਰੀਆ ਦੇ ਉੱਤੇ ਇੱਕ ਕੇਸ ਵੀ ਹੋਇਆ ਸੀਗਾ, ਖਾਸ ਕਰਕੇ ਉਹਨਾਂ ਨੇ ਕੇਸ ਕੀਤਾ ਸੀਗਾ। ਉਹਨਾਂ ਦੇ ਜਿਹੜੇ ਕੰਜ਼ਰਵੇਟਿਵ ਵਿਊਜ਼ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਜੋ ਉਹਨਾਂ ਨੇ ਦਿੱਤੇ ਸੀ, ਉਹਨਾਂ ਦਾ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ, ਜੋ ਐਡਮਿਨਿਸਟ੍ਰੇਸ਼ਨ ਨੇ ਵਿਰੋਧ ਕੀਤਾ ਸੀ। ਸੋ ਭੱਟਾਚਾਰੀਆ ਦੀ ਜਿਹੜੀ ਨੋਮੀਨੇਸ਼ਨ ਆ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਹੈੱਡ ਦੀ, ਇਹ ਸੈਨੇਟ ਨੂੰ ਅਪਰੂਵ ਕਰਨੀ ਪਊਗੀ। ਸੈਨੇਟ ਦੇ ਵਿੱਚ ਇਸ ਟਾਈਮ 53 ਦੇ ਕਰੀਬ ਸੈਨੇਟਰਸ ਹੈਗੇ ਆ ਰਿਪਬਲਿਕਨਸ ਦੇ ਕੋਲ। ਸੋ ਦੇਖਦੇ ਆ 48 ਬਿਲੀਅਨ ਡਾਲਰ ਦੇ ਬਜਟ ਵਾਲੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ, ਜਿਹਦੇ ਕੋਲ 18,000 ਦੇ ਕਰੀਬ EMPLOYEES ਹੈਗੇ ਆ, ਜੀ। ਉਸ ਨੂੰ ਇਹ ਲੀਡ ਕਰਨ ਜਾ ਰਹੇ ਆ। ਤੇ ਰੋਬਰਟ F ਕੈਨੇਡੀ ਜੂਨੀਅਰ ਹੋਰਾਂ ਦੇ ਇਹ ਕਾਫੀ ਲਾਗੇ ਸਮਝੇ ਜਾਂਦੇ। ਜੀ। ਹਰਜੋਤ ਸਿੰਘ ਜੀ, ਸਮਾਂ ਖਬਰਾਂ ਦੇ ਵਿੱਚ ਹੋ ਗਿਆ ਜੀ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਆਪਾਂ ਕਈ ਹੋਰ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਸਰੋਤਿਓ ਤੁਸੀਂ ਵੀ ਜੁੜੇ ਰਹੋ ਪੰਜਾਬ ਰੇਡੀਓ ਇਸੇ ਦੇ ਨਾਲ। ਬ੍ਰੇਕ ਤੋਂ ਪਾਰ ਜਿਹੜੀਆਂ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਉਹਨਾਂ ਦੇ ਵਿੱਚ ਆਸਟ੍ਰੇਲੀਆ ਨੇ ਹੁਣ ਸੋਸ਼ਲ ਮੀਡੀਆ ਉੱਤੇ ਪੂਰਨ ਜਿਹੜੀ ਪਾਬੰਦੀ ਹੈ ਉਹ ਲਾ ਦਿੱਤੀ ਹੈ। 16 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਆ, ਉਹ ਸੋਸ਼ਲ ਮੀਡੀਆ ਜਿਹੜਾ ਬਿੱਲ ਦੇ ਤਹਿਤ ਹੁਣ ਉਹ ਸੋਸ਼ਲ ਮੀਡੀਆ ਨੂੰ ਨਹੀਂ ਚਲਾ ਸਕਣਗੇ। ਇਹਦੇ ਨਾਲ ਅਮਰੀਕਾ ਦੀ ਪੋਲਿਟਿਕਸ ਤੇ ਇਕਨੋਮੀ ਬਾਰੇ ਜੁੜੀਆਂ ਕੁਝ ਹੋਰ ਖਬਰਾਂ ਨੇ, ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ, ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਕੀ ਆਇਆਂ ਨੂੰ ਜੀ। ਅਗਲੀ ਖਬਰ ਵੱਲ ਚੱਲੀਏ ਪ੍ਰਵੀਨ ਜੀ। ਸਰੋਤਿਆਂ ਨੂੰ ਯਾਦ ਹੋਊਗਾ ਭੂਸ਼ਣ ਅਥਾਲੇ, ਇਹ ਜੋ ਬੰਦਾ ਹੈਗਾ, ਹਾਂਜੀ ਉਸਨੇ, ਮੈਨੂੰ ਆਵਾਜ਼ ਬੈਕ ਆ ਰਹੀ, ਚੈੱਕ ਕਰੋ ਜੀ ਜੀ। ਭੂਸ਼ਣ ਅਥਾਲੇ 48 ਸਾਲਾਂ ਦਾ, ਜੋ ਡੈਲਸ ਦਾ ਰਹਿਣ ਵਾਲਾ ਆ, ਉਹਦੇ ਤੇ ਫੈਡਰਲ ਹੇਟ ਕ੍ਰਾਈਮ ਦੇ ਜਿਹੜੇ ਚਾਰजेस ਆ ਉਹ ਲੱਗੇ ਸੀ, ਕਿਉਂਕਿ ਨੇ ਉਸਨੇ ਇੱਕ ਸਿੱਖ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜੋ ਉਸ ਨੂੰ ਥ੍ਰੈਟ ਕੀਤਾ ਸੀ। ਉਸ ਤੋਂ ਬਿਨਾਂ ਕੁਝ ਹੋਰ ਜਿਹੜੇ ਸਿੱਖ ਆ ਉਹਨਾਂ ਨੂੰ ਵੀ ਥ੍ਰੈਟ ਕੀਤਾ ਸੀ ਵੀ ਮੈਂ ਤੁਹਾਡੇ ਜਿਹੜੇ ਬੰਦੇ ਆ ਉਹ ਮਾਰ ਦੇਣੇ ਹੈਗੇ। ਸੋ ਇਹ 2022 ਦੀ ਗੱਲਬਾਤ ਹੈਗੀ ਆ, ਸਤੰਬਰ ਮਹੀਨੇ ਦੀ, ਤੇ ਉਸ ਟਾਈਮ ਦੇ ਉੱਤੇ ਉਸ ਨੂੰ ਜਿਹੜਾ ਆ ਚਾਰਜ ਕੀਤਾ ਗਿਆ ਸੀ ਤੇ ਜੇ ਇਹ ਪ੍ਰੂਵ ਹੋ ਜਾਂਦਾ ਆ ਤੇ ਉਸ ਨੂੰ 10 ਸਾਲਾਂ ਦੀ ਸਜ਼ਾ ਤੇ 2.5 ਲੱਖ ਦਾ ਜਿਹੜਾ ਫਾਈਨ ਆ ਉਹ ਹੋਊਗਾ। ਸੋ ਉਹਦੇ ਸੰਬੰਧ ਦੇ ਵਿੱਚ ਹੁਣ ਜੋ ਖਬਰ ਆ ਇਹ ਆ ਰਹੀ ਆ ਕਿ ਜੋ ਭੂਸ਼ਣ ਅਠਾਲੇ ਹੈਗਾ ਆ, ਉਹਦਾ ਅਟਾਰਨੀ ਤੇ ਪਬਲਿਕ ਡਿਫੈਂਡਰ USA ਦਾ, ਉਹ ਦੋਨੋਂ ਵਰਕਆਊਟ ਕਰ ਰਹੇ ਹੈਗੇ ਆ ਵੀ ਜਨਵਰੀ 10, 2025 ਤੱਕ ਉਹਨਾਂ ਦਾ ਕੋਈ ਐਗਰੀਮੈਂਟ ਹੋ ਜਾਵੇ ਵੀ ਉਹ ਆਪਣਾ ਜਿਹੜਾ ਗਿਲਟੀ ਪਲੀ ਆ ਕਰ ਲਵੇ। US ਡਿਸਟ੍ਰਿਕਟ ਕੋਰਟ ਦੇ ਵਿੱਚ, ਜੋ ਡਿਸਟ੍ਰਿਕਟ ਆਫ ਨਿਊ ਜਰਸੀ ਦੀ ਆ, ਉੱਥੇ USA ਵਰਸਸ ਭੂਸ਼ਣ ਅਠਾਲੇ ਦਾ ਜੋ ਕੇਸ ਚੱਲ ਰਿਹਾ ਆ, ਜੱਜ ਐਲਿਜ਼ਾਬੈਥ ਪੈਸਕਲ ਦੇ ਕੋਰਟ, ਉਹਨਾਂ ਨੇ ਇਹ ਕਿਹਾ ਵੀ ਇਸ ਕੇਸ ਜੋ ਕੰਟੀਨਿਊ ਕੀਤਾ ਜਾਵੇ ਜਨਵਰੀ 10, 2025 ਤੱਕ। ਕੌਂਸਲ ਵੱਲੋਂ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੀਆਂ, ਉਹਨਾਂ ਨੂੰ ਸਾਰਾ ਡਿਸਕਵਰੀ ਮਟੀਰੀਅਲ ਦੇ ਦਿੱਤਾ ਗਿਆ ਹੈਗਾ। ਜੋ ਡਿਫੈਂਡੈਂਟ ਆ ਉਸ ਨੂੰ ਵੀ ਉਸਦੇ ਵਕੀਲ ਦੇ ਥਰੂ ਸਾਰਾ ਜਿਹੜਾ ਸਮਾਨ ਸਪਲਾਈ ਕਰ ਦਿੱਤਾ ਗਿਆ, ਕਿਸ ਤਰ੍ਹਾਂ ਉਸਨੇ ਥ੍ਰੈਟ ਕੀਤਾ, ਕਿਹੜੀਆਂ ਕਾਲ ਸੀਗੀਆਂ, ਸਾਰਾ ਕੁਝ। ਸੋ ਹੋਪਫੁਲੀ ਜਨਵਰੀ 10, 2025 ਤੋਂ ਪਹਿਲਾਂ ਕਹਿੰਦੇ ਵੀ ਲੱਗਦਾ ਆ ਵੀ ਇਹ ਐਗਰੀਮੈਂਟ 'ਚ ਆ ਜਾਊਗਾ ਤੇ ਭੂਸ਼ਣ ਅਠਾਲੇ ਨੂੰ ਜਿਹੜਾ ਆ ਜੇਲ੍ਹ ਦੇ ਵਿੱਚ ਭੇਜਿਆ ਜਾਊਗਾ ਜੀ। ਅਗਲੀ ਜਿਹੜੀ ਖਬਰ ਆ, ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਜਿਹੜੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹ ਹੁਣ ਸੋਸ਼ਲ ਮੀਡੀਆ ਨਹੀਂ ਚਲਾ ਸਕਣਗੇ, ਉਹਨਾਂ ਤੇ ਪਾਬੰਦੀ ਲੱਗ ਗਈ ਆ। ਪ੍ਰਤੀਨਿਧੀ ਸਦਨ ਨੇ ਇੱਕ ਜਿਹੜਾ ਬਿੱਲ ਆ ਉਹ ਪਾਸ ਕਰ ਦਿੱਤਾ, ਜਿਹਦੇ ਵਿੱਚ ਲਿਖਿਆ ਗਿਆ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਜਿਹੜੀ ਆ ਉਹ ਨਹੀਂ ਕਰ ਸਕਣਗੇ। ਇਸ ਨੂੰ ਅੰਤਿਮ ਰੂਪ ਦੇਣ ਦੇ ਲਈ ਸੈਨੇਟ ਤੇ ਜਿਹੜਾ ਉਹ ਛੱਡ ਦਿੱਤਾ ਗਿਆ। ਵੱਡੀਆਂ ਪਾਰਟੀਆਂ ਨੇ ਬਿੱਲ ਦਾ ਸਮਰਥਨ ਕੀਤਾ, ਜਿਹੜਾ ਕਿ ਟਿਕਟੌਕ, ਫੇਸਬੁੱਕ, ਸਨੈਪਚੈਟ, ਰੈਡਿਟ, ਐਕਸ ਤੇ ਇੰਸਟਾਗ੍ਰਾਮ ਸਮੇਤ ਜਿੰਨੇ ਵੀ ਪਲੇਟਫਾਰਮ ਆ ਉਹਨਾਂ ਨੂੰ ਛੋਟੇ ਬੱਚਿਆਂ ਦੇ ਖਾਤੇ ਤੋਂ ਰੱਖਣ ਤੋਂ ਰੋਕਣ ਦੇ ਲਈ ਜਿਹੜੀ ਪੁਰਾਣੀ ਜੋ ਵੀ ਉਹਨਾਂ ਦੀ ਪ੍ਰੋਸੈਸ ਆ ਉਹਦੇ ਲਈ ਜਿਹੜਾ ਉਹ 50 ਮਿਲੀਅਨ ਆਸਟ੍ਰੇਲੀਅਨ ਡਾਲਰ ਜਿਹੜਾ ਕਿ ਤੱਕ ਦੇ ਜੁਰਮਾਨੇ ਦੇ ਲਈ ਜ਼ਿੰਮੇਵਾਰ ਬਣਾਊਗਾ, ਜਿਹੜਾ ਕਿ 33 ਮਿਲੀਅਨ ਡਾਲਰ ਬਣਦਾ। ਬਿੱਲ ਦੇ ਹੱਕ ਦੇ ਵਿੱਚ 102 ਵੋਟਾਂ ਪਈਆਂ ਨੇ, ਜਦਕਿ ਵਿਰੋਧ ਦੇ ਵਿੱਚ 13 ਵੋਟਾਂ ਪਈਆਂ ਨੇ। ਜੇਕਰ ਬਿੱਲ ਇਸੇ ਹਫ਼ਤੇ ਕਾਨੂੰਨ ਬਣ ਜਾਂਦਾ ਤਾਂ ਪਲੇਟਫਾਰਮਾਂ ਦੇ ਕੋਲ ਇਹ ਕੰਮ ਕਰਨ ਦੇ ਲਈ 1 ਸਾਲ ਦਾ ਸਮਾਂ ਹੋਵੇਗਾ ਕਿ ਜੁਰਮਾਨੇ ਲਾਗੂ ਹੋਣ ਤੋਂ ਪਹਿਲਾਂ ਉਮਰ ਦੀਆਂ ਪਾਬੰਦੀਆਂ ਨੂੰ ਲਾਗੂ ਕਿਵੇਂ ਕਰਨਾ ਹੈ। ਵਿਰੋਧੀ ਧਿਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਡੈਨ ਤਿਹਾਨ, ਉਹਨਾਂ ਨੇ ਦੱਸਿਆ ਕਿ ਸਰਕਾਰ ਸੈਨੇਟ ਦੇ ਵਿੱਚ ਸੋਧਾਂ ਨੂੰ ਸਵੀਕਾਰ ਕਰਨ ਦੇ ਲਈ ਸਹਿਮਤ ਹੋ ਚੁੱਕੀ ਹੈ, ਜਿਹੜੇ ਕਿ ਪ੍ਰਾਈਵੇਸੀ ਨੂੰ ਮਜ਼ਬੂਤ ਕਰਨਗੇ। ਪਲੇਟਫਾਰਮਾਂ ਨੂੰ ਇਹ ਕਿਹਾ ਗਿਆ ਹੈ ਕਿ ਜਿਹੜੇ ਉਹਨਾਂ ਦੇ ਗਾਹਕ ਨੇ, ਉਹਨਾਂ ਦੇ ਜਿਹੜੇ ਪਾਸਪੋਰਟ ਨੇ ਜਾਂ ਡਰਾਈਵਰ ਲਾਇਸੈਂਸ ਨੇ, ਉਹਨਾਂ ਦੇ ਸਮੇਤ ਜਿਹੜਾ ਵੀ ਸਰਕਾਰ ਦੁਆਰਾ ਉਹਨਾਂ ਨੂੰ ਆਇਡੈਂਟੀਟੀ ਕਾਰਡ ਜੋ ਜਾਰੀ ਕੀਤਾ ਗਿਆ, ਉਹ ਕੋਈ ਵੀ ਮਜਬੂਰ ਨਹੀਂ ਕਰ ਸਕਦਾ ਕਿ ਉਹ ਵਾਕਈ ਉਹਨਾਂ ਪਲੇਟਫਾਰਮਾਂ ਨੂੰ ਦੇਵੇ ਜਾਂ ਉਹਨਾਂ ਦੇ ਨਾਲ ਸਾਂਝਾ ਕਰੇ। ਪਲੇਟਫਾਰਮ ਵੀ ਸਰਕਾਰੀ ਪ੍ਰਣਾਲੀ ਦੇ ਰਾਹੀਂ ਜਿਹੜੀ ਉਹਨਾਂ ਦੀ ਪ੍ਰੋਸੈਸ ਆ ਇੱਕ, ਉਹਦੇ ਰਾਹੀਂ ਡਿਜੀਟਲ ਪਛਾਣ ਦੀ ਕੋਈ ਮੰਗ ਨਹੀਂ ਕਰ ਸਕਦੇ। ਹਾਂ, ਇਹ ਗੱਲ ਜ਼ਰੂਰ ਕਹੀ ਹੈ ਕਿ ਇਹ ਪਾਬੰਦੀ ਜਿਹੜੀ ਆ ਬੱਚਿਆਂ ਨੂੰ ਅਲੱਗ ਕਰ ਦੂਗੀ, ਉਹਨਾਂ ਨੂੰ ਸੋਸ਼ਲ ਮੀਡੀਆ ਦੇ ਜਿਹੜੇ ਸਕਾਰਾਤਮਕ ਪਹਿਲੂ ਉਹਨਾਂ ਤੋਂ ਵਾਂਝੇ ਕਰ ਦੂਗੀ, ਡਾਰਕ ਵੈਬ ਦੇ ਵੱਲ ਲੈ ਜਾਊਗੀ ਤੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਲਈ ਉਹਨਾਂ ਨੂੰ ਹੋਣ ਵਾਲੇ ਨੁਕਸਾਨਾਂ ਦੀ ਰਿਪੋਰਟ ਕਰਨ ਤੋਂ ਝਿਜਕਣ ਤੇ ਆਨਲਾਈਨ ਸਪੇਸ ਨੂੰ ਜਿਹੜਾ ਸੁਰੱਖਿਅਤ ਬਣਾਉਣ ਦੇ ਲਈ ਜਿਹੜੇ ਪਲੇਟਫਾਰਮ ਆ ਉਹਨਾਂ ਤੋਂ ਜਿਹੜੀ ਹੱਲਾਸ਼ੇਰੀ ਉਹ ਖੋਹ ਲੈਣਗੇ। ਇਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਲਬਰਨ ਦਾ ਵਾਸੀ ਹੈ ਇੱਕ ਵੈਨ ਹੋਲਡਸਵਰਥ, ਉਹਨਾਂ ਨੇ ਕਿਹਾ ਕਿ ਉਹਨਾਂ ਦੇ 17 ਸਾਲਾਂ ਦੇ ਇੱਕ ਨੌਜਵਾਨ ਨੇ, ਬੱਚੇ ਨੇ, ਪੁੱਤ ਨੇ, ਪਿਛਲੇ ਦਿਨੀ ਆਨਲਾਈਨ ਸੈਕਸਟੋਰਸ਼ਨ ਜਿਹੜਾ ਉਹ ਘੁਟਾਲੇ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਲੈ ਲਈ ਸੀ। ਇਸ ਕਰਕੇ ਇਹ ਬਿੱਲ ਬੱਚਿਆਂ ਦੀ ਸੁਰੱਖਿਆ ਦੇ ਲਈ ਵੀ ਉਹ ਕਹਿੰਦੇ ਕਿ ਬਹੁਤ ਜ਼ਰੂਰੀ ਆ। ਆਸਟ੍ਰੇਲੀਆ ਦੇ ਨਾਲ ਵਿਸ਼ਵ ਭਰ ਦੇ ਵਿੱਚ ਇਸ ਬਿੱਲ ਦੇ ਬਾਰੇ ਖਾਸੀ ਜਿਹੜੀ ਆ ਉਹ ਚਰਚਾ ਇਸ ਟਾਈਮ ਚੱਲ ਰਹੀ ਆ। ਹਰਜੋਤ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਅਗਲੀ ਖਬਰ ਵੱਲ ਚੱਲੀਏ ਤੇ ਐਲੋਨ ਮਸਕ ਜੋ ਉਹਨਾਂ ਨੇ ਦੱਸਿਆ ਆ ਵੀ ਗਵਰਨਮੈਂਟ ਦੇ EMPLOYEES ਦਾ ਕੱਟ ਕੀਤਾ ਜਾਊਗਾ।
ਨਾਲ ਦੀ ਨਾਲ ਰਾਮਾਸਵਾਮੀ ਵੀ ਹੈਗੇ ਆ, ਆਪਾਂ ਨੂੰ ਪਤਾ ਆ। ਸੋ ਇਹ ਜਿਹੜੇ ਫੈਡਰਲ ਵਰਕਰਸ ਆ, ਉਹਨਾਂ ਦੇ ਲਈ ਕਾਫੀ ਜ਼ਿਆਦਾ ਟੈਰੀਫਾਈਂਗ ਹੈਗਾ ਆ। ਸੋ ਉਹ ਕਹਿੰਦੇ ਭਈ ਸਾਡੇ ਨਾਂ ਜੋ ਆ ਉਹ ਡਿਸਕਲੋਜ਼ ਕੀਤੇ ਜਾ ਰਹੇ ਆ। ਕੁਛ ਕੁ ਜੋ EMPLOYEES ਆ, ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਬੰਦ ਵੀ ਕਰ ਦਿੱਤੇ ਆ, ਕਿਉਂਕਿ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜੋ ਨੈਗੇਟਿਵ ਕਮੈਂਟਸ ਆ, ਉਹ ਚੱਲ ਰਹੇ ਹੈਗੇ ਆ। ਬਹੁਤ ਸਾਰੀਆਂ ਫੈਡਰਲ ਦੇ ਜੋ EMPLOYEES ਆ, ਉਹਨਾਂ ਨੇ CNN ਨੂੰ ਦੱਸਿਆ ਵੀ ਉਹਨਾਂ ਦਾ ਲਾਈਫ ਫੋਰਐਵਰ ਲਈ ਚੇਂਜ ਹੋ ਗਿਆ ਆ, ਕਿਉਂਕਿ ਉਹ ਡਰੇ ਹੋਏ ਆ। ਕਈ ਲੋਕ ਤਾਂ ਫਿਜ਼ੀਕਲੀ ਥ੍ਰੈਟ ਵੀ ਉਹਨਾਂ ਨੂੰ ਕਰ ਰਹੇ ਹੈਗੇ ਆ। ਇਸ ਸੰਬੰਧ ਦੇ ਵਿੱਚ 2.3 ਮਿਲੀਅਨ ਜੋ ਸਿਵਿਲੀਅਨ ਫੈਡਰਲ EMPLOYEES ਹੈਗੇ ਆ, ਜੋ ਰਿਪਰੈਜ਼ੈਂਟ ਕਰਦੇ ਆ 8 ਲੱਖ ਤੋਂ ਵੱਧ ਲੋਕਾਂ ਨੂੰ, ਇੱਕ ਆਰਗੇਨਾਈਜੇਸ਼ਨ ਉਹਨਾਂ ਦੀ ਜੋ ਹੈਗੀ ਅਮਰੀਕਨ ਫੈਡਰੇਸ਼ਨ ਆਫ ਗਵਰਨਮੈਂਟ EMPLOYEES, ਉਹਨਾਂ ਨੇ ਇਹ ਕਿਹਾ ਵੀ ਇਦਾਂ ਦੇ ਜਿਹੜੇ ਟੈਕਟਿਕਸ ਆ, ਇਹ ਤਾਂ ਇੱਕ ਤਰ੍ਹਾਂ ਨਾਲ ਟੈਰਰ ਨੂੰ ਫੈਲਾਉਂਦੇ ਹੈਗੇ ਆ, ਤੇ ਇੱਕ ਤਰ੍ਹਾਂ ਨਾਲ ਡਰ ਵਾਲਾ ਮਾਹੌਲ ਜਿਹੜਾ ਉੱਥੇ ਵਾਪਰ ਰਿਹਾ ਹੈਗਾ। ਜੋ ਰਾਮਾਸਵਾਮੀ ਤੇ ਲੋਨ ਮਸਕ ਆ, ਇਹਨਾਂ ਨੇ ਕਿਹਾ ਸੀ ਵੀ ਬਹੁਤ ਵੱਡਾ ਜਿਹੜਾ ਕੱਟ ਆ ਉਹ ਫੈਡਰਲ EMPLOYEES ਦਾ ਅਸੀਂ ਕਰਨ ਜਾ ਰਹੇ ਹਾਂ, ਤੇ 2 ਸਾਲਾਂ ਦੇ ਵਿੱਚ ਅਸੀਂ $2 ਟ੍ਰਿਲੀਅਨ ਬਚਾਵਾਂਗੇ, ਜੋ ਗਵਰਨਮੈਂਟ ਦਾ ਵੇਸਟ ਹੋ ਰਿਹਾ ਹੈਗਾ। ਸੋ ਇਸ ਨੂੰ ਦੇਖਦੇ ਹੋਏ ਜੋ ਗਵਰਨਮੈਂਟ ਦੇ EMPLOYEE ਆ, ਉਹਨਾਂ ਦੇ ਵਿੱਚ ਕਾਫੀ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਆ, ਕਿਉਂਕਿ ਜੋ ਐਲੋਨ ਮਸਕ ਤੇ ਰਾਮਾਸਵਾਮੀ ਹੁਣੀ ਨਵੀਂ ਜੋ ਇਹਨਾਂ ਨੇ ਡਿਪਾਰਟਮੈਂਟ ਬਣਾਈ ਆ, ਡੋਜ, ਉਸ ਨੂੰ ਹੈਡ ਕਰਨ ਜਾ ਰਹੇ ਹੈ। ਜੀ। ਇੱਥੇ ਆਪਾਂ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਖਬਰਾਂ ਤੇ ਜਿਹੜਾ ਸਿਲਸਿਲਾ ਖਬਰਾਂ ਦਾ, ਉਹ ਇਸੇ ਤਰ੍ਹਾਂ ਆਪਾਂ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ ਜੀ। ਅਗਲੀ ਖਬਰ ਵੱਲ ਚੱਲੀਏ। ਆਪਣੇ ਕੋਲ ਕੁਝ ਕੁ ਮਿੰਟ ਹੈਗੇ ਆ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ। ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਇਹਦੇ ਬਾਰੇ ਤੁਹਾਡੇ ਨਾਲ ਅਸੀਂ ਲਗਭਗ ਹਰ ਰੋਜ਼ ਅਪਡੇਟ ਕਰਦੇ ਹਾਂ ਤੇ ਕਰਦੇ ਵੀ ਰਹਾਂਗੇ। ਟਰੰਪ ਐਡਮਿਨਿਸਟ੍ਰੇਸ਼ਨ ਜੋ ਕੁਝ ਲੈ ਕੇ ਆ ਰਿਹਾ, ਉਹ ਕਾਫੀ ਕੁਝ ਚੇਂਜਸ ਹੋਣਗੀਆਂ। ਅੱਜ ਨਿਊਯਾਰਕ ਟਾਈਮ ਨੇ ਇਹਦੇ ਬਾਬਤ ਕਾਫੀ ਵੱਡਾ ਲੇਖ ਲਿਖਿਆ ਹੈਗਾ, ਡੋਨਲਡ ਟਰੰਪਸ ਇਮੀਗ੍ਰੇਸ਼ਨ ਪਲਾਨਸ। ਉਹਨਾਂ ਦੀਆਂ ਕੀ ਇਮੀਗ੍ਰੇਸ਼ਨ ਦੀਆਂ ਪਲਾਨਸ ਹੋਣਗੀਆਂ। ਕਹਿੰਦੇ ਵੀ ਜਰਾ ਸੋਚੋ ਵੀ ਸ਼ਿਕਾਗੋ ਦੀ ਕਿੰਨੀ ਪੋਪੂਲੇਸ਼ਨ ਆ, ਉਸ ਨੂੰ 4 ਗੁਣਾ ਨਾਲ ਮਲਟੀਪਲਾਈ ਕਰ ਦਿਓ। ਇੰਨੇ ਲੋਕ ਆ, 11 ਮਿਲੀਅਨ ਦੇ ਕਰੀਬ, ਜੋ ਲੋਕ ਟਰੰਪ ਹੁਣੀ ਕਹਿੰਦੇ ਆ ਵੀ ਮੈਂ ਅਮਰੀਕਾ ਦੇ ਵਿੱਚੋਂ ਬਾਹਰ ਕੱਢਣੇ ਹੈਗੇ ਆ। ਇਹ ਇੱਕ ਬਹੁਤ ਵੱਡਾ ਆਪਰੇਸ਼ਨ ਹੋਊਗਾ ਯੂਐਸ ਦੀ ਹਿਸਟਰੀ ਦੇ ਵਿੱਚ। ਇਹਦੇ ਬਾਬਤ ਨਿਊਯਾਰਕ ਟਾਈਮ ਇਹ ਲਿਖ ਰਹੀ ਆ ਵੀ ਕਿਹੜੇ ਲੋਕਾਂ ਨੂੰ ਜਿਹੜਾ ਟਾਰਗੇਟ ਕੀਤਾ ਜਾਊਗਾ। ਜਿਸ ਤਰ੍ਹਾਂ ਟਰੰਪ ਹੁਣੀ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਜਿਹੜੇ ਲੋਕਾਂ ਦੇ ਕ੍ਰਿਮੀਨਲ ਰੈਕਡ ਹੈਗੇ ਆ, ਫੈਲਨੀਜ਼ ਆ, ਕੁਛ ਨਾ ਕੁਛ ਉਹਨਾਂ ਦੇ ਉੱਤੇ ਚਾਰजेस ਲੱਗੇ ਹੈਗੇ ਆ, ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ। ਕਹਿੰਦੇ ਕੱਲੇ ਉਹਨਾਂ ਨੂੰ ਨਹੀਂ, ਇਹਨਾਂ ਤੋਂ ਬਿਨਾਂ ਅਨਡਾਕੂਮੈਂਟਡ ਮਾਈਗ੍ਰੈਂਟਸ, ਜਿਨ੍ਹਾਂ ਦਾ ਬਿਲਕੁਲ ਕਲੀਨ ਰੈਕਡ ਹੈਗਾ, ਕੋਈ ਲੈਣਾ ਦੇਣਾ ਨਹੀਂ, ਖਾਸ ਕਰਕੇ ਜੋ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਉੱਤੇ ਹੈਗੇ ਆ। ਇਹ ਕਈ ਮੁਲਕਾਂ ਦੇ ਲੋਕ ਅਮਰੀਕਾ 'ਚ ਰਹਿ ਰਹੇ ਆ, ਹੇਤੀ ਤੋਂ, ਹੋਰ ਸਾਊਥ ਅਮਰੀਕਾ ਤੋਂ। ਜਦੋਂ ਉੱਥੇ ਕੋਈ ਭੁਚਾਲ ਆਇਆ ਸੀ, ਨੈਚੁਰਲ ਡਿਜ਼ਾਸਟਰ ਆਇਆ ਸੀ, ਉਹਨਾਂ ਨੂੰ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦਿੱਤਾ ਗਿਆ ਸੀ। ਕਈ 10-10 ਸਾਲਾਂ ਤੋਂ ਇੱਥੇ ਰਹਿ ਰਹੇ ਆ। ਸੋ ਕੀ ਕੋਰਟਸ ਜਿਹੜੀਆਂ ਆ ਇਹਨੂੰ ਸਾਈਨ ਆਫ ਕਰੂਗੀਆਂ। ਅਨਡਾਕੂਮੈਂਟਡ ਮਾਈਗ੍ਰੈਂਟਸ ਨੂੰ ਜਦੋਂ ਇੱਥੋਂ ਮੂਵ ਕਰਨਾ ਆ, ਉਹ ਕੋਰਟਸ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਪਰ ਟਰੰਪ ਹੁਣੀ ਇਹ ਕਹਿੰਦੇ ਆ ਵੀ ਉਹ ਇੱਕ 1798 ਦਾ ਜਿਹੜਾ ਲਾਅ ਹੈਗਾ ਅਮਰੀਕਾ 'ਚ, ਏਲੀਅਨ ਐਨਮੀਜ਼ ਐਕਟ ਆਫ 1798, ਉਸ ਨੂੰ ਜਿਹੜਾ ਬਾਈਪਾਸ ਕਰਕੇ ਜਿਹੜਾ ਆ ਉਹ ਲੋਕਾਂ ਨੂੰ ਡਿਪੋਰਟ ਕਰਨਗੇ। ਪਰ ਜੇ ਉਹਨਾਂ ਨੂੰ ਕੋਰਟ ਦੇ ਥਰੂ ਵੀ ਜਾਣਾ ਪਊਗਾ, ਉਹਨਾਂ ਦੇ ਕੋਲ ਐਡਵਾਂਟੇਜਸ ਹੈਗੇ, ਖਾਸ ਕਰਕੇ ਜੋ ਸੁਪਰੀਮ ਕੋਰਟ ਆ, ਉਹਦੇ ਵਿੱਚ ਜੋ ਜੱਜਸ ਆ ਉਹ ਕੰਜ਼ਰਵੇਟਿਵ ਹੈਗੇ ਆ। ਸੋ ਉਹ ਪ੍ਰੈਜ਼ੀਡੈਂਟ ਦੇ ਫਰੈਂਡਲੀ ਹੋਣਗੇ। ਤੇ ਅਗਲਾ ਜਿਹੜਾ ਸਭ ਤੋਂ ਵੱਡਾ ਇਸ਼ੂ ਹੈਗਾ ਆ ਵੀ ਜੋ ਮਾਈਗ੍ਰੈਂਟਸ ਆ, ਜੇ ਇਹਨਾਂ ਨੂੰ ਫੜਿਆ ਜਾਂਦਾ ਆ, ਉਹਨਾਂ ਨੂੰ ਰੱਖਿਆ ਕਿੱਥੇ ਜਾਊਗਾ। ਗਵਰਨਮੈਂਟ ਨੂੰ ਨਵੀਆਂ ਡਿਟੈਂਸ਼ਨ ਸੈਂਟਰ ਬਣਾਉਣੇ ਪੈਣਗੇ ਜਾਂ ਲੀਜ਼ ਕਰਨੇ ਪੈਣਗੇ ਡਿਪੋਰਟ ਕਰਨ ਤੋਂ ਪਹਿਲਾਂ। ਤੇ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਕੋਆਪਰੇਟ ਨਹੀਂ ਕਰਨਗੇ ਵੀ ਅਸੀਂ ਨਹੀਂ ਵਾਪਸ ਲੈਣੇ ਸਾਡੇ ਜਿਹੜੇ ਸਿਟੀਜ਼ਨ ਆ, ਜਿਨ੍ਹਾਂ ਚੋਂ ਵੈਨਜ਼ੂਏਲਾ ਇੱਕ ਹੈਗਾ ਆ। ਉਹ ਜਿਹੜੀਆਂ ਫਲਾਈਟਸ ਹੁੰਦੀਆਂ ਹੈਗੀਆਂ, ਡਿਪੋਰਟ ਕੀਤੇ ਜਾਂਦੇ, ਉਹਨਾਂ ਨੂੰ ਲੈਂਦਾ ਨਹੀਂ ਹੈਗਾ। ਸੋ ਇਸ ਤੋਂ ਬਿਨਾਂ ਹੋਰ ਮੁਲਕਾਂ ਨੂੰ ਵੀ ਜੋ ਯੂਐਸ ਆ ਉਹ ਉਹਨਾਂ ਨਾਲ ਡੀਲ ਬਣਾ ਸਕਦਾ ਹੈਗਾ ਵੀ ਭਾਈ ਜਿਹੜੇ ਬੰਦੇ ਅਸੀਂ ਡਿਪੋਰਟ ਕਰਨੇ ਆ ਤੁਸੀਂ ਰੱਖ ਲਓ, ਅਸੀਂ ਤੁਹਾਨੂੰ ਜਿਹੜੀ ਫਾਈਨੈਂਸ਼ੀਅਲੀ ਸਪੋਰਟ ਵੀ ਕਰਾਂਗੇ। ਤੁਹਾਨੂੰ ਪਤਾ ਯਾਦ ਹੋਊਗਾ ਆਸਟ੍ਰੇਲੀਆ ਦੇ ਵਿੱਚ ਇੱਕ ਆਸਟ੍ਰੇਲੀਆ ਦੀ ਸਰਕਾਰ ਨੇ ਆਈਲੈਂਡ 'ਚ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਉੱਥੇ ਰੱਖਣਾ ਸ਼ੁਰੂ ਕੀਤਾ ਹੈਗਾ। ਟਰੰਪ ਉਹਨਾਂ ਦੀ ਪਲਾਨ ਦੇ ਮੁਤਾਬਕ $88 ਬਿਲੀਅਨ ਹਰ ਸਾਲ ਜੋ ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਐਸਟੀਮੇਟ ਕਰਦੀ ਆ ਵੀ ਉਹ ਸਪੈਂਡ ਹੋਊਗਾ ਲੋਕਾਂ ਨੂੰ ਡਿਪੋਰਟ ਕਰਨ ਦੇ ਲਈ। ਇਹਦਾ ਮਤਲਬ ਇਹ ਆ ਵੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਬਜਟ ਤੋਂ ਡਬਲ ਤੇ 4 ਟਾਈਮ ਨੈਸਾ ਦੇ ਬਜਟ ਤੋਂ ਜਿਹੜਾ ਪੈਸਾ ਆ ਉਹ ਇਹਦੇ ਤੇ ਸਪੈਂਡ ਕੀਤਾ ਜਾਊਗਾ। ਸੋ ਡੈਮੋਕ੍ਰੇਟਸ ਦੀ ਸਪੋਰਟ ਜੋ ਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਲੈਣੀ ਪਊਗੀ। ਬਹੁਤ ਸਾਰੇ ਲੋਕ ਸੈਲਫ ਡਿਪੋਰਟ ਵੀ ਹੋ ਜਾਊਗੇ, ਕਹਿੰਦੇ ਵੀ ਆਪਣੇ ਆਪ ਉਹ ਅਮਰੀਕਾ ਨੂੰ ਛੱਡ ਕੇ ਚਲੇ ਜਾਊਗੇ, ਜਿਸ ਹਿਸਾਬ ਦੇ ਨਾਲ ਡਰ ਵਾਲਾ ਮਾਹੌਲ ਮਾਈਗ੍ਰੈਂਟਸ ਦੇ ਵਿੱਚ ਬਣਾਇਆ ਜਾ ਰਿਹਾ ਹੈਗਾ। ਤੇ ਉਹ ਜੋ ਆ ਸਭ ਤੋਂ ਸੌਖਾ ਰਹੂਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ। ਵੀ ਬੰਦੇ ਕਹਿੰਦੇ ਵੀ ਨਹੀਂ ਅਸੀਂ ਹੁਣ ਆਪ ਹੀ ਛੱਡ ਕੇ ਚਲੇ ਜਾਣਾ। ਇਹ ਪਹਿਲੀ ਵਾਰੀ ਨਹੀਂ ਡਿਪੋਰਟੇਸ਼ਨ ਹੋਈ, ਲੱਖਾਂ ਦੇ ਹਿਸਾਬ ਦੇ ਨਾਲ ਬੁਸ਼ ਉਹਨਾਂ ਦੇ ਦੌਰਾਨ, ਓਬਾਮਾ ਦੇ ਦੌਰਾਨ ਤੇ ਬਾਈਡਨ ਉਹਨਾਂ ਦੇ ਦੌਰਾਨ ਹੁੰਦੀ ਰਹੀ ਹੈਗੀ ਆ। 4-4 ਲੱਖ 2-2 ਲੱਖ ਡਿਪੋਰਟ ਹੁੰਦੇ ਰਹੇ ਆ। ਪਰ ਜਿਸ ਹਿਸਾਬ ਦੇ ਨਾਲ 11 ਮਿਲੀਅਨ ਦੀ ਗੱਲ ਕੀਤੀ ਜਾ ਰਹੀ ਆ, ਇਹ ਸਭ ਤੋਂ ਵੱਡਾ ਜਿਹੜਾ ਪ੍ਰੋਜੈਕਟ ਆ ਉਹਨਾਂ ਦੇ ਲਈ ਹੋਊਗਾ। ਨਿਊਯਾਰਕ ਦੇ ਆਫੀਸ਼ੀਅਲਸ, ਨਿਊਯਾਰਕ ਸਿਟੀ ਦੇ ਇਹ ਕਹਿ ਰਹੇ ਆ ਨਿਊਯਾਰਕ ਟਾਈਮ ਦੇ ਮੁਤਾਬਕ, ਜਿਹੜਾ ਉੱਥੇ ਇੱਕ ਬਰੁਕਲਿਨ ਸ਼ੈਲਟਰ ਹੈਗਾ ਜਿਹਦੇ ਵਿੱਚ 2000 ਤੋਂ ਵੱਧ ਅਸਾਈਲਮ ਸੀਕਰਸ ਹੈਗੇ ਆ, ਉਹ ਕਹਿੰਦੇ ਵੀ ਅਸੀਂ ਕਲੋਜ਼ ਕਰ ਦੇਣਾ ਆ। ਟਰੰਪ ਕਹਿੰਦੇ ਆ ਵੀ ਟਰੰਪ ਹੁਣੀ ਕਹਿੰਦੇ ਆ ਵੀ ਅਸੀਂ ਜੋ ਲੀਜ਼ ਆ ਇਸ ਸ਼ੈਲਟਰ ਦੀ ਉਹ ਅਸੀਂ ਉਸ ਨੂੰ ਸਕ੍ਰੈਪ ਕਰ ਦੇਵਾਂਗੇ, ਕਿਉਂਕਿ ਇਹ ਫੈਡਰਲ ਲੈਂਡ ਦੇ ਉੱਤੇ ਹੈਗਾ। ਟਰੰਪ ਹੁਣੀ ਮੈਂਸ਼ਨ ਇਹ ਵੀ ਕੀਤਾ ਹੈ ਵੀ ਜਿਹੜੇ ਮੈਕਸੀਕਨ ਮਾਈਗ੍ਰੈਂਟ ਕੈਰਾਵਨਸ ਆ ਉਹਨਾਂ ਨੇ ਆਲਰੇਡੀ ਵਾਪਸ ਜਾਣਾ
ਸ਼ੁਰੂ ਕਰ ਦਿੱਤਾ ਹੈਗਾ ਆ। ਸੋ ਟਰੰਪ ਉਹਨਾਂ ਦੇ ਏਜੰਡੇ ਦੇ ਉੱਤੇ 4-5 ਮੇਨ ਇਸ਼ੂ ਹੈਗੇ ਆ, ਕਲਾਈਮੇਟ ਚੇਂਜ ਨੂੰ ਲੈ ਕੇ, ਟੈਰਿਫ ਨੂੰ, ਟੈਕਸਿਸ ਨੂੰ, ਹੋਰ ਜਿਹੜੀਆਂ ਰਿਪਬਲਿਕਨ ਪ੍ਰਾਇਓਰਟੀਜ਼ ਆ, ਤੇ ਖਾਸ ਕਰਕੇ ਜੋ ਇਮੀਗ੍ਰੈਂਟਸ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਲੈ ਕੇ। ਜੀ, ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਹਰਜੋਤ ਸਿੰਘ ਜੀ ਉਹ ਸਮਾਪਤੀ ਦੇ ਵੱਲ ਆ ਤੇ ਇੱਥੇ ਆਪਾਂ ਨੂੰ ਜਿਹੜੀ ਇਜਾਜ਼ਤ ਆ ਉਹ ਲੈਣੀ ਪਊਗੀ। ਸਰੋਤਿਓ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਮੱਲੀ ਸਾਹਿਬ ਲੈ ਕੇ ਆਉਣਗੇ ਹਨੇਰੀਆਂ। ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਤੇ ਉਸ ਤੋਂ ਬਾਅਦ ਪ੍ਰੋਗਰਾਮ ਤੁਸੀਂ ਪੰਜਾਬੀ ਰੇਡੀਓ ਐਸੇ ਦੇ ਉੱਤੇ ਸਾਰਾ ਦਿਨ ਜਿਹੜੇ ਲਗਾਤਾਰ ਉਹ ਸੁਣਨੇ ਆ। ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਅਸੀਂ ਇੱਥੇ ਹੀ ਜਿਹੜਾ ਸਮਾਪਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਜਾਣ ਲੱਗੇ ਇੱਕ ਅਹਿਮ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਚੱਲੀਏ ਕਿ ਪੰਜਾਬੀ ਰੇਡੀਓ ਐਸੇ ਦਾ ਜਿਹੜਾ ਇੰਟਰਨੈਟ ਰੇਡੀਓ ਸੈੱਟ ਆ, ਅਮਰੀਕਾ ਭਰ ਦੇ ਵਿੱਚ ਹੁਣ ਸਾਈਬਰ ਸੰਡੇ ਤੇ ਬਲੈਕ ਫਰਾਈਡੇ ਦੇ ਕਰਕੇ ਇੱਕ ਸਪੈਸ਼ਲ ਜਿਹੜੀ ਆਫਰ ਆ ਉਹ ਪੰਜਾਬੀ ਰੇਡੀਓ ਐਸੇ ਦੇ ਸਰੋਤਿਆਂ ਦੇ ਲਈ ਆ ਕਿ ਤੁਸੀਂ ਅਮਰੀਕਾ ਭਰ ਦੇ ਵਿੱਚ ਜਿੱਥੇ ਵੀ ਕਿਤੇ ਉਹਨੂੰ ਮੇਲ ਕਰਨਾ ਚਾਹੁੰਦੇ ਆ, ਮੰਗਵਾਉਣਾ ਚਾਹੁੰਦੇ ਆ, ਆਰਡਰ ਕਰਨਾ ਚਾਹੁੰਦੇ ਆ, ਉਹਦੇ ਲਈ ਜਿਹੜੀ ਸ਼ਿਪਿੰਗ ਚਾਰਜਸ ਆ ਉਹ ਤੁਹਾਨੂੰ ਨਹੀਂ ਪੈਣਗੇ। ਉਹਦੇ ਨਾਲ ਤੁਸੀਂ ਇੱਕ ਜਿਹੜੀ ਅਮਾਊਂਟ ਆ ਸ਼ਿਪਿੰਗ ਚਾਰਜਸ ਵਾਲੀ ਉਹ ਤੋਂ ਬਚਾ ਸਕਦੇ ਹੋ ਆਪਣੀ, ਤੇ ਆਪਣੇ ਜਿਹੜੇ ਨੇੜਲੇ ਨੇ, ਮਿੱਤਰ ਪਿਆਰੇ ਨੇ, ਰਿਸ਼ਤੇਦਾਰ ਨੇ, ਉਹਨਾਂ ਨੂੰ ਅਮਰੀਕਾ ਦੇ ਵਿੱਚ ਕਿਤੇ ਵੀ ਤੁਸੀਂ ਉਹ ਰੇਡੀਓ ਸੈੱਟ, ਇੰਟਰਨੈਟ ਰੇਡੀਓ ਸੈੱਟ ਜਿਹੜਾ ਉਹ ਗਿਫਟ ਕਰ ਸਕਦੇ ਹੋ। ਆਰਡਰ ਕਰਨ ਦੇ ਲਈ ਨੰਬਰ ਆ 408 272 5200। ਕੁਛ ਕੁ ਸਾਡੇ ਕੋਲ ਰੇਡੀਓ ਸੈੱਟ ਬਚੇ ਨੇ, ਸੋ ਲਿਮਟਿਡ ਨੇ। ਜੇਕਰ ਤੁਸੀਂ ਆਰਡਰ ਕਰਦੇ ਹੋ ਤਾਂ ਤੁਸੀਂ ਇਸ ਆਫਰ ਦੇ ਜਿਹੜੇ ਹਿੱਸੇਦਾਰ ਆ ਉਹ ਜ਼ਰੂਰ ਬਣ ਸਕਦੇ ਆ। ਸੋ ਬਿਲਕੁਲ ਪ੍ਰਵੀਨ ਜੀ, ਜਿਹੜੇ ਸਾਡੇ ਇੰਟਰਨੈਟ ਰੇਡੀਓ ਸੈਟਸ ਦੀ ਪ੍ਰਾਈਸ ਆ ਹਾਂਜੀ, ਉਹ ਜੋ 2010 ਸੀ ਹੁਣ ਵੀ ਉਹੀ ਹੁਣ ਆ। ਵੀ ਉਹੀ ਆ, ਬਿਲਕੁਲ 14 ਆਪਾਂ ਸਾਲਾਂ ਕੋਈ ਬਾਅਦ ਉਹਦੇ ਵੀ ਚੋਂ ਉਹੀ। ਪ੍ਰੋਫਿਟ ਨਹੀਂ ਕੱਢਦੇ ਹੈਗੇ, ਪਰ ਜੀ, ਇਹ ਜੀ। ਜ਼ਰੂਰ ਆ ਵੀ ਗਾਹਾਂ ਨੂੰ ਆਪਾਂ ਹੋਰ ਮੰਗਾਣੇ ਨਹੀਂ। ਹੂੰ। ਤੁਹਾਨੂੰ ਪਤਾ ਹੈ ਵੀ ਟੈਰਿਫ ਲੱਗ ਗਿਆ ਤਾਂ ਫਿਰ ਹੁਣ ਕੋਲੋਂ ਪੈਸੇ ਪਾ ਕੇ ਥੋੜ੍ਹਾ ਦੇਵਾਂਗੇ। ਟੈਰਿਫ ਦੀਆਂ ਤਾਂ ਤੇ ਖਬਰਾਂ ਦੇਈ ਜਾਂਦੇ ਤੁਹਾਨੂੰ। ਦੂਸਰੇ ਨੰਬਰ ਤੇ ਜੀ। ਜਿਹੜੇ ਵੀ ਸਾਡੇ 15 ਰੇਡੀਓ ਸਟੇਸ਼ਨ ਜਿਹੜੇ ਏਰੀਏ 'ਚ ਆ, ਜੂਬਾ ਸਿਟੀ, ਹੂੰ। ਸੈਕਰਾਮੈਂਟੋ, ਸਟਾਕਟਨ, ਮੋਡੈਸਟੋ, ਫ੍ਰਿਜ਼ਨੋ, ਬੇਕਰਸਫੀਲਡ, ਬੇ ਏਰੀਆ 'ਚ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਛੋਟੇ ਰੇਡੀਓ ਸੈਟਸ ਆ ਉਹ ਬੜੇ ਸਸਤੇ ਜਿਹਾ ਰੇਟ ਦੇ ਉੱਤੇ ਆ। ਜੇ ਨਹੀਂ ਹੈਗੇ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਰੱਖੋ, ਕਾਰਾਂ 'ਚ ਤੁਸੀਂ ਸੁਣਦੇ ਹੈਗੇ ਆ। ਜੀ, ਬਿਲਕੁਲ। ਹੋਰ ਤੁਹਾਡੇ ਆਂਢੀ ਗੁਆਂਢੀ ਕੋਈ ਦੋਸਤ ਮਿੱਤਰ ਪਰਿਵਾਰ ਨਵੇਂ ਆਏ ਹੁੰਦੇ ਆ, ਉਹਨਾਂ ਨੂੰ ਅਮਰੀਕਾ ਬਾਰੇ ਨੌਲੇਜ, ਹੋਰ ਸਿਹਤ ਸੰਭਾਲ ਬਾਰੇ, ਇਮੀਗ੍ਰੇਸ਼ਨ ਬਾਰੇ ਬਹੁਤ ਕੁਝ ਜਾਣਕਾਰੀ ਜਿਹੜੀ ਆ ਤੁਹਾਨੂੰ ਰੇਡੀਓ ਤੋਂ ਮਿਲਦੀ ਆ। ਬੰਦੇ ਜਿਹੜੇ ਆ ਉਹ ਮੈਂਟਲੀ ਵੀ ਸੈੱਟ ਰਹਿੰਦੇ ਆ। ਵੱਖ-ਵੱਖ ਪ੍ਰੋਗਰਾਮਾਂ ਦੇ ਸਾਨੂੰ ਬਹੁਤ ਵਾਰ ਲੋਕਾਂ ਨੇ ਦੱਸਿਆ ਵੀ ਅਸੀਂ ਡਿਪਰੈਸ਼ਨ ਚਲੇ ਗਏ ਸੀ ਜਦੋਂ ਤੋਂ ਰੇਡੀਓ ਸੁਣਨ ਲੱਗੇ ਆ, ਤੇ ਸਾਡਾ ਜਿਹੜਾ ਆ ਸਿਹਤ ਬਹੁਤ ਵਧੀਆ ਰਹੀ ਆ ਉਹਦੇ ਤੋਂ। ਸੋ ਉਹ ਜ਼ਰੂਰ ਲੈ ਕੇ ਦੇ ਦਿਆ ਕਰੋ, ਕਿਉਂਕਿ ਜਿਹੜੇ ਗਿਫਟ ਕੋਈ ਸੂਟ ਦਿੰਦੇ ਆ, ਕੋਈ ਹੋਰ ਦਿੰਦੇ ਆ ਕ੍ਰਿਸਮਸ ਤੇ, ਥੈਂਕਸਗਿਵਿੰਗ ਤੇ, ਉਹ ਬੰਦਾ ਭੁੱਲ ਜਾਂਦਾ ਆ। ਹਾਂਜੀ, ਇਹ ਚੀਜ਼ ਹਾਂਜੀ। ਜਿਹੜੀ ਆ ਉਹ ਲੋਕਾਂ ਨੇ ਕੋਲ ਰੱਖਣੀ ਆ, ਕਿਉਂਕਿ ਸਾਨੂੰ ਪਤਾ ਉਦੋਂ ਲੱਗਦਾ ਜਦੋਂ ਕਈ ਬੰਦੇ ਬੋਲਦੇ ਭਾਜੀ ਇਹ 22 ਸਾਲਾਂ ਤੋਂ ਸਾਡੇ ਕੋਲ ਸੇਮ ਹੀ ਰੇਡੀਓ ਪਿਆ, ਅਸੀਂ ਸੁਣੀਦਾ ਆ। ਤੇ ਸੋ ਇਸ ਕਰਕੇ ਲਗਭਗ ਜਿੱਥੇ ਵੀ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਏਰੀਆ 'ਚ ਬਹੁਤੇ ਸਟੋਰਾਂ ਤੇ ਰੇਡੀਓ ਰੱਖੇ ਹੋਏ ਆ। ਪਰ ਜਾਣ ਤੋਂ ਪਹਿਲਾਂ ਇੱਕ ਵਾਰੀ ਕਾਲ ਕਰ ਲਿਓ, ਫਿਰ ਤੁਹਾਨੂੰ ਦੱਸ ਦਾਂਗੇ ਵੀ ਕਿਹੜੇ ਗਰੋਸਰੀ ਸਟੋਰ ਦੇ ਉੱਤੇ, ਜਾਂ ਕਿੱਥੇ ਤੁਸੀਂ ਆਫਿਸ ਦੇ ਵਿੱਚ, ਜਾਂ ਤੁਸੀਂ ਮੇਲ ਕਰਵਾਉਣਾ ਆ। ਤੇ 408 272 5200 ਤੇ ਤੁਸੀਂ ਕਾਲ ਕਰ ਸਕਦੇ ਹੋ, ਤੇ ਤੁਹਾਨੂੰ ਜਿਹੜੇ ਰੇਡੀਓ ਸੈਟਸ ਆ ਉਹ ਆਪਾਂ ਦੇਵਾਂਗੇ। ਪਰ ਹੁਣ ਖਬਰਾਂ ਤੁਸੀਂ ਕਈ ਦਿਨਾਂ ਤੋਂ ਸੁਣ ਰਹੇ ਆ, ਜੀ, ਜੀ। ਸਮਾਨ ਹੋਰ ਬਹੁਤ ਜ਼ਿਆਦਾ ਮਹਿੰਗਾ ਹੋ ਜਾਣਾ ਆ, ਤੇ ਉਸ ਤੋਂ ਪਹਿਲਾਂ ਆਪਾਂ ਰੇਟ ਸੇਮ ਹੀ ਰੱਖੇ ਹੈਗੇ ਆ। ਐਕਚੁਅਲੀ ਇਹ ਰੇਡੀਓ ਦੀ ਕੋਈ ਸੈਟਸ ਤੋਂ ਪ੍ਰੋਫਿਟ ਨਹੀਂ ਅਸੀਂ ਬਣਾਣੇ, ਉਹ ਸਿਰਫ ਇਹੀ ਆ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਰੇਡੀਓ ਦੇ ਪ੍ਰੋਗਰਾਮਸ ਨੂੰ ਸੁਣਨ। ਬਾਕੀ ਜਿਹੜਾ ਰੇਡੀਓ ਦੀ ਕੋਈ ਇਨਕਮ ਹੁੰਦੀ ਆ ਉਹ ਤਾਂ ਐਡਵਰਟਾਈਜ਼ਮੈਂਟਸ ਤੋਂ ਹੁੰਦੀ ਆ। ਜੀ, ਜੀ, ਬਿਲਕੁਲ। ਸੋ ਸਾਡਾ ਸੋਸ਼ਲ ਮੀਡੀਆ ਉੱਤੇ ਸਹਿਯੋਗ ਜ਼ਰੂਰ ਕਰਿਆ ਕਰੋ। ਅਸੀਂ YouTube ਦੇ ਉੱਤੇ ਆ, ਸਬਸਕ੍ਰਾਈਬ ਜ਼ਰੂਰ ਕਰੋ। Facebook ਦੇ ਉੱਤੇ ਸਾਡੇ ਨਾਲ ਜੁੜੋ। TikTok ਦੇ ਉੱਤੇ ਅਸੀਂ ਹੈਗੇ ਆ, Instagram ਤੇ ਆ, ਜਿੰਨੇ ਵੀ Twitter ਦੇ ਉੱਤੇ ਸਾਨੂੰ ਤੁਸੀਂ ਫੋਲੋ ਕਰ ਸਕਦੇ ਹੋ। ਜਿੰਨੇ ਵੀ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਤੁਸੀਂ ਪੰਜਾਬੀ ਰੇਡੀਓ ਐਸੇ ਦਾ ਸਹਿਯੋਗ ਜਿਹੜਾ ਉਹ ਜ਼ਰੂਰ ਕਰੋ। ਇਹਨਾਂ ਗੱਲਾਂ ਦੇ ਨਾਲ ਹੀ ਅਸੀਂ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ। ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।